हमारे साथ ऐसी शख्सियत मौजूद हैं जिन्होंने वर्ष 1991 में ट्रेन हादसे में अपने पति को खोया। पति को खोने के बाद हम उनके हौसले को सलाम करते हैं, जिस जज्बे से उन्हें अपने परिवार का पालन पोषण किया, अपने बच्चों को अच्छी तालीम दी और समाज में उनको खड़े होने के काबिल बनाया। धन्यवाद आंटी, हम आप ਤੁਹਾਡਾ ਸ਼ੁਕਰਗੁਜ਼ਾਰ ਕਰਦੇ ਕਿ ਤੁਸੀਂ ਸਾਨੂੰ ਵਕਤ ਦਿੱਤਾ। ਅਸੀਂ ਮਹਿਸੂਸ ਕਰਦੇ ਹਾਂ, ਸਾਨੂੰ ਪਤਾ ਹੈ ਕਿ ਬੜਾ ਮੁਸ਼ਕਿਲ ਹੁੰਦਾ ਹੈ ਜੀ ਕੈਮਰੇ ਦੇ ਸਾਹਮਣੇ ਇਸ ਤਰ੍ਹਾਂ ਬੋਲਣਾ। ਆਂਟੀ ਜੇ ਤੁਸੀਂ ਕਹਿੰਦੇ ਹੋ ਤਾਂ ਕੈਮਰਾ ਆਫ ਕਰਕੇ ਇੱਕ ਸਿੰਪਲ ਜੀ ਗੱਲ ਪੁੱਛਾਂ ਕਿ ਅੰਕਲ ਤੁਹਾਨੂੰ ਪਿਆਰ ਨਾਲ ਕੀ ਬੁਲਾਉਂਦੇ ਸੀ? ਨਾ ਹੀ ਲੈਂਦੇ ਸੀ। ਤੁਹਾਡਾ ਨਾਮ ਕਈ ਵਾਰੀ ਰਾਣੀ ਕਹਿ ਦਿੰਦੇ ਸੀ। ਤੁਹਾਡਾ ਨਾਮ ਕੀ ਸੀਗਾ ਵੈਸੇ? ਨਾਮ ਕੀ ਹੈ ਜੀ? ਪ੍ਰੇਮ। ਤੇ ਪ੍ਰੇਮ ਨੂੰ ਪ੍ਰੇਮ ਨਾਲ ਤੁਹਾਨੂੰ ਰਾਣੀ ਕਹਿੰਦੇ ਸੀ। ਆਂਟੀ ਅੰਕਲ ਦਾ ਨਾਂ ਕੀ ਸੀਗਾ ਤੇ ਉਹ ਕੀ ਕੰਮ ਕਰਦੇ ਸੀ ਜੀ? ਜੀ ਉਹਨਾਂ ਦਾ ਨਾਮ ਸੀ ਸ਼੍ਰੀ ਮੰਗਲ ਸੈਨ ਸੇਠੀ। ਮੰਗਲ ਸੈਨ ਸੇਠੀ। ਮੰਗਲ ਸੈਨ ਸੇਠੀ ਕੀ ਕੰਮ ਕਰਦੇ ਸੀ ਜੀ? ਸਾਡੇ ਪਹਿਲੇ ਸ਼ੁਰੂ ਤੋਂ ਤੱਕ ਕਬਾੜੀ ਦੀ ਦੁਕਾਨ ਸੀ ਜੀ ਜੀ ਜੀ। ਤੇ ਸਨ 1990 ਵਿੱਚ ਉਹਨਾਂ ਨੇ ਥੋੜਾ ਬਿਜਲੀ ਦਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਬੱਚੇ ਮਤਲਬ ਕਿ ਜਾਨ ਵਾਸਤੇ ਬਣ, ਕਿਉਂਕਿ ਕਬਾੜੀ ਦਾ ਕੰਮ ਕਰਨ ਨੂੰ ਤਿਆਰ ਨਹੀਂ ਸੀਗੇ। ਇਸ ਕਰਕੇ ਇਹਨਾਂ ਨੇ ਬਿਜਲੀ ਦਾ ਸਨ 90 ਵਿੱਚ ਬਿਜਲੀ ਦਾ ਕੰਮ ਕਰਨਾ ਥੋੜਾ ਸ਼ੁਰੂ ਕਰ ਦਿੱਤਾ ਸੀਗਾ। ਆਂਟੀ ਕੀ ਅੰਕਲ ਰੇਲਵੇ ਦੇ ਵਿੱਚ ਠੇਕੇਦਾਰੀ ਵੀ ਕਰਦੇ ਸੀ? ਹਾਂਜੀ, ਰੇਲਵੇ 'ਚ ਜਾਂਦੇ ਸੀ, ਠੇਕੇਦਾਰੀ ਵੀ ਕਰਦੇ ਸੀ ਕਿਸੇ ਵੇਲੇ। ਤੇ ਉਸ ਦਿਨ ਉਹਨਾਂ ਦਾ ਆਰਡਰ ਸੀਗਾ ਲੁਧਿਆਣੇ ਮਾਲ ਦੇਣਾ ਸੀਗਾ। ਅੱਛਾ, ਫਿਰੋਜ਼ਪੁਰ ਤੋਂ ਲੁਧਿਆਣੇ ਜਾਣਾ ਸੀਗਾ? ਹਾਂਜੀ, ਜਾਣਾ ਸੀ ਲੁਧਿਆਣੇ ਪਹਿਲੇ ਤੇ ਬਾਅਦ 'ਚ ਜਲੰਧਰ ਜਾਣਾ ਸੀਗਾ, ਵਾਪਸੀ ਜਲੰਧਰੋਂ ਆਣਾ ਸੀ। ਅੱਛਾ ਜੀ, ਪਹਿਲਾਂ ਲੁਧਿਆਣਾ ਜਾਣਾ ਸੀਗਾ, ਫਿਰ ਲੁਧਿਆਣੇ ਤੋਂ ਜਲੰਧਰ ਜਾ ਕੇ ਜਲੰਧਰੋਂ ਫਿਰੋਜ਼ਪੁਰ ਆਣਾ ਸੀ। ਹਾਂਜੀ, ਫਿਰੋਜ਼ਪੁਰ ਆਣਾ ਸੀ। ਤੇ ਬਾਏ ਟ੍ਰੇਨ ਜਿਹੜੀ ਹੈ ਨਾ ਲੁਧਿਆਣੇ ਦੀ ਉਹ ਚੱਲੀ ਗਈ ਸੀ, ਨਿਕਲ ਗਈ ਸੀਗੀ। ਅੱਛਾ ਜੀ। ਫਿਰ ਇਹ ਪਹਿਲੇ ਜਲੰਧਰ ਗਏ, ਉਸ ਤੋਂ ਬਾਅਦ ਇਹ ਲੁਧਿਆਣਾ ਗਏ ਮਾਲ ਲੈ ਕੇ। ਹਾਂ। ਤੁਹਾਡੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਸੀ ਅੰਕਲ ਦੀ? ਰਾਤ ਨੂੰ ਹੋਈ ਸੀ। ਰਾਤ ਨੂੰ ਹੋਈ ਸੀ? ਸਵੇਰੇ ਤੜਕੇ ਨਹੀਂ ਹੋਈ ਸੀ ਗੱਲ? ਸਵੇਰੇ ਕੋਈ ਤੜਕੇ ਗੱਲ ਨਹੀਂ ਹੋਈ। ਮੈਂ ਇਹਨਾਂ ਕਿਹਾ ਵੀ ਚਾਹ ਪਾਣੀ ਵਾਸਤੇ, ਤੇ ਕਹਿੰਦੇ ਨਹੀਂ ਤੂੰ ਸੋ ਆਰਾਮ ਕਰ, ਮੈਂ ਆਪਣੇ ਆਪ ਸਵੇਰੇ ਉੱਥੋਂ ਸਟੇਸ਼ਨ ਤੋਂ ਚਾਹ ਪਾਣੀ ਪੀਵਾਂਗਾ, ਲੋਈਆਂ ਪੂੜੀਆਂ ਖਾਵਾਂਗਾ। ਉਹਨਾਂ ਨੂੰ ਸ਼ੌਂਕ ਸੀ ਵੀ ਮੈਂ ਲੋਈਆਂ ਪੂੜੀਆਂ ਖਾਣੀ ਤੇ ਚਾਹ ਪੀਣੀ ਹੈ। ਕਹਿੰਦੇ ਇੱਥੇ ਮੈਂ ਚਾਹ ਨਹੀਂ ਪੀਣੀ, ਬਣਾ ਰਹਿੰਦੇ। ਤੁਹਾਨੂੰ ਪਤਾ ਲੱਗ ਚੁੱਕਾ ਸੀਗਾ ਕਿ ਅੰਕਲ ਹੁਣ ਲੁਧਿਆਣੇ ਪਹੁੰਚ ਗਏ ਹੈ ਜੀ? ਨਹੀਂ, ਤੁਹਾਨੂੰ ਕੁਝ ਨਹੀਂ ਪਤਾ ਸੀ? ਸਾਨੂੰ ਕੁਝ ਨਹੀਂ ਪਤਾ। ਸਾਨੂੰ ਸਵੇਰੇ ਅਖਬਾਰ ਦੇ ਥਰੂ ਪਤਾ ਲੱਗਾ। ਕੀ ਪਤਾ ਲੱਗਾ ਸੀਗਾ ਜੀ ਅਖਬਾਰ ਦੇ ਵਿੱਚ? ਲਿਖਿਆ ਸੀ ਲੁਧਿਆਣੇ ਤੋਂ ਫਿਰੋਜ਼ਪੁਰ ਆ ਰਹੀ ਟ੍ਰੇਨ ਦੇ ਵਿੱਚ ਕਾਂਡ ਹੋ ਗਿਆ, 35 ਬੰਦੇ ਮਰ ਗਏ ਨੇ ਔਰ 55 ਘਾਇਲ ਹੋ ਗਏ ਨੇ ਜੀ। ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਅਖਬਾਰ ਪੜ੍ਹੀ। ਅਖਬਾਰ ਪੜ੍ਹ ਕੇ ਮੈਂ ਵੱਡੇ ਬੇਟੇ ਨੂੰ ਉਠਾਇਆ। ਠੀਕ ਹੈ। ਵੱਡੇ ਬੇਟੇ ਦਾ ਨਾਂ ਕੀ ਹੈ? ਅਰੁਣ ਕੁਮਾਰ ਸੇਠੀ। ਅੱਛਾ, ਉਹਨਾਂ ਨੂੰ ਉਠਾਇਆ ਤੁਸੀਂ? ਉਹਨਾਂ ਨੂੰ ਉਠਾਇਆ ਜੀ। ਇਹ ਫਿਰ ਘਬਰਾ ਗਿਆ ਇੱਕਦਮ ਕਿ ਉਹ ਡੀਕ ਸੀ ਸਾਨੂੰ ਰਾਤੀ ਆ ਜਾਣਗੇ। ਮੈਂ ਕਿਹਾ ਸੀ ਮੈਂ ਰਾਤੀ ਵਾਪਸ ਆ ਜਾਂਦੇ ਸੀ। ਹਾਂ, ਤੇ ਕਈ ਵਾਰੀ ਨਾ ਰਾਤੀ ਨਹੀਂ ਆਉਂਦੇ ਸੀ, ਸਵੇਰੇ ਜਿਹੜੀ ਅਖਬਾਰਾਂ ਵਾਲੀ ਗੱਡੀ ਹੁੰਦੀ ਹੈ ਨਾ ਉਸ ਤੇ ਆ ਜਾਂਦੇ ਸੀ ਜਲੰਧਰੋਂ। ਤੇ ਪਰ ਉਸ ਦਿਨ ਵੀ ਨਹੀਂ ਆਏ। ਪਰ ਤੁਹਾਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਲੁਧਿਆਣਾ ਨੇ ਕਿ ਜਲੰਧਰ? ਨਾ, ਸਾਨੂੰ ਪਤਾ ਹੀ ਨਹੀਂ ਸੀਗਾ ਕੁਝ ਵੀ। ਨਹੀਂ, ਜਦੋਂ ਤੁਸੀਂ ਅਖਬਾਰ ਦੇ ਵਿੱਚ ਤੁਸੀਂ ਦੇਖਿਆ, ਖਬਰ ਮਿਲੀ ਤੁਹਾਨੂੰ ਕਾਂਡ ਹੋ ਗਿਆ ਤੇ ਇਹ ਘਰ ਆਏ ਨਹੀਂ, ਕਿ ਤੁਹਾਡੇ ਨੂੰ ਕੋਈ ਸ਼ੰਕਾ ਹੋਈ ਸੀ ਫਿਰ ਕਿ ਤੁਹਾਡਾ ਮਨ ਵਿਚਲਿਤ ਹੋਇਆ? ਕੀ ਹੋਇਆ ਸੀ? ਮਨ ਵਿਚਲਿਤ ਹੋ ਗਿਆ ਨਾ, ਵੀ ਘਬਰਾ ਗਏ ਨਾ ਅਸੀਂ ਵੀ। ਗੱਲ ਕੀ ਬਣੀ ਵੀ ਆਏ ਨਹੀਂ, ਕੀ ਗੱਲ ਰਾਤੀ ਵੀ ਨਹੀਂ ਆਏ, ਸਵੇਰੇ ਵੀ ਨਹੀਂ ਆਏ, ਤੇ ਵੀ ਗੱਲ ਕੀ ਬਣੀ? ਫਿਰ ਮੈਂ ਉਠਾਇਆ, ਮੈਨੂੰ ਭਜਾਇਆ, ਮੈਂ ਕਿਹਾ ਜਾ ਤੂੰ। ਤੇਰੇ ਪਹਿਲੇ ਮਾਮੇ ਦੇ ਘਰ ਗਿਆ। ਅੱਛਾ, ਆਪਣੇ ਮਾਮੇ ਦੇ ਘਰ? ਮਾਮੇ ਦੇ। ਉਹਦੇ ਬੇਟੇ ਨੂੰ ਪਤਾ ਸੀਗਾ। ਕੀ ਪਤਾ ਸੀਗਾ ਜੀ ਉਹਨੂੰ? ਪਤਾ ਸੀ ਵੀ ਕਾਂਡ ਹੋਇਆ, ਕਿਉਂਕਿ ਉਹ ਦਿੱਲੀ ਦੇ ਪੰਜਾਬ ਮੇਲ ਤੇ ਕਿਸੇ ਅਫਸਰ ਨੂੰ ਛੱਡਣ ਗਿਆ ਸੀ, ਦੋਸਤ ਨੂੰ ਛੱਡਣ ਗਿਆ ਸੀ। ਉੱਥੇ ਉਹਨੂੰ ਪਤਾ ਲੱਗਾ ਵੀ ਲੁਧਿਆਣੇ ਐਸਾ ਕਾਂਡ ਹੋ ਗਿਆ। ਪਰ ਉਹ ਕਹਿੰਦਾ ਮੈਨੂੰ ਨਹੀਂ ਪਤਾ ਸੀਗਾ ਵੀ ਜੀਆ ਜੀ ਸਾਡੇ ਵਿੱਚ ਗਏ ਨੇ ਲੁਧਿਆਣੇ, ਨਹੀਂ ਤਾਂ ਮੈਂ ਰਾਤੀ ਤੁਹਾਨੂੰ ਆ ਕੇ ਇਨਫੋਰਮ ਕਰ ਦਿੰਦਾ, ਆਪਾਂ ਰਾਤੀ ਚਲੇ ਜਾਂਦੇ। ਫਿਰ ਇਹ ਸਵੇਰੇ ਮਾਮੇ ਨਾਲ ਤੇ ਉਹਦੇ ਬੇਟੇ ਨਾਲ ਗੱਡੀ ਕਰਕੇ ਅਸੀਂ ਪਹਿਲੇ ਸਟੇਸ਼ਨ ਤੇ ਗਏ। ਸਟੇਸ਼ਨ ਤੇ ਰੌਲਾ ਪਿਆ ਸੀਗਾ ਵੀ ਮੰਗੂ ਸੈਨ ਦੀ ਡੈਥ ਹੋ ਗਈ ਹੈ। ਅੱਛਾ, ਸਟੇਸ਼ਨ ਤੇ ਰੌਲਾ ਪੈ ਚੁੱਕਾ ਸੀ? ਹਾਂ, ਸਟੇਸ਼ਨ ਤੇ ਰੌਲਾ ਪੈ ਚੁੱਕਾ ਸੀ। ਤੇ ਫਿਰ ਤੁਸੀਂ ਇੱਥੋਂ ਕਿਵੇਂ ਲੁਧਿਆਣੇ ਪਹੁੰਚੇ ਜੀ? ਲੁਧਿਆਣੇ ਬਾਈ ਤੁਸੀਂ ਟੈਕਸੀ ਕੀਤੀ? ਹਾਂਜੀ, ਟੈਕਸੀ ਕੀਤੀ। ਫਿਰ ਉਹਨਾਂ ਨੇ ਅਫਸਰਾਂ ਨੇ ਕਿਹਾ ਨਾ, ਜਿਹਦਾ ਆਰਡਰ ਸੀ ਨਾ, ਉਸ ਅਫਸਰ ਨੇ ਕਿਹਾ ਵੀ ਬੇਟਾ ਤੂੰ ਕੱਲਾ ਨਾ ਜਾਈ ਕਿਸੇ ਨਾਲ, ਕਿਉਂਕਿ ਅਸੀਂ ਉਹਨੂੰ ਪਤਾ ਸੀਗਾ। ਅੱਛਾ, ਉਹਨਾਂ ਨੂੰ ਪਤਾ ਲੱਗ ਚੁੱਕਾ ਸੀ? ਉਹਨੂੰ ਪਤਾ ਲੱਗ ਚੁੱਕਾ ਸੀ ਵੀ ਡੈਥ ਹੋ ਗਈ ਹੈ। ਉਹਨੇ ਇਹਨੂੰ ਨਹੀਂ ਦੱਸਿਆ ਕਿਉਂਕਿ ਬੱਚਾ ਹੈ, ਇਹ ਉਦੋਂ ਸਾਰਾ 20 ਸਾਲਾਂ ਦਾ ਸੀ, 19 ਸਾਲ ਦਾ, 20 ਸਾਲ ਦਾ ਸੀਗਾ। ਨਾਲੇ ਮਾਮਾ ਜੀ ਗਏ ਸੀ। ਤੇ ਹੋਰ ਕੌਣ ਗਏ ਸੀਗੇ ਜੀ? ਇਹਦੇ ਮਾਮਾ ਜੀ ਤੇ ਮਾਮਾ ਜੀ ਦਾ ਬੇਟਾ ਗਿਆ ਸੀ। ਅੱਛਾ, ਜਦੋਂ ਤੁਸੀਂ ਉਹਦੇ ਵੱਲ ਪਹੁੰਚ ਗਏ ਜੀ, ਇਹ ਪਹੁੰਚੇ, ਫਿਰ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕੀ ਹੋਇਆ। ਅੱਛਾ, ਬੇਟੇ ਤੁਹਾਡੇ ਗਏ ਸੀਗੇ। ਤੇ ਜਦੋਂ ਤੁਹਾਨੂੰ ਖਬਰ ਮਿਲ ਗਈ ਕਿ ਡੈਥ ਹੋ ਗਈ ਹੈ, ਤੁਸੀਂ ਫਿਰੋਜ਼ਪੁਰ ਸੀਗੇ? ਦੱਸਿਆ ਹੀ ਨਹੀਂ, ਸਾਨੂੰ ਦੱਸਿਆ ਨਹੀਂ, ਕਿਸੇ ਨੇ ਨਹੀਂ ਦੱਸਿਆ। ਬਾਕੀ ਸਾਡੇ ਘਰ ਆਇਆ ਗਿਆ ਬਹੁਤ ਰਿਹਾ। ਅੱਛਾ, ਕੋਈ ਦੋ ਆ ਰਿਹਾ ਜਾ ਰਿਹਾ, ਪਰ ਡਾਇਰੈਕਟ ਕਿਸੇ ਨੇ ਨਹੀਂ ਕਿਹਾ
ਵੀ ਮੰਗਲ ਸੈਨ ਦੀ ਡੈਥ ਹੋ ਗਈ ਹੈ। ਤੇ ਮੈਂ ਕਹਿੰਦੀ ਸੀ ਲੋਕੀ ਕਿਉਂ ਆ ਜਾ ਰਹੇ ਨੇ, ਸ਼ਾਇਦ ਵੀ ਇਸ ਕਰਕੇ ਕਿ ਸਾਡੀ ਮਤਲਬ ਮੇਰੇ ਹਸਬੰਡ ਦੀ ਬਣੀ ਬਣਾਈ ਬਹੁਤ ਜ਼ਿਆਦਾ ਸੀ ਬਾਜ਼ਾਰ 'ਚ। ਅੱਛਾ, ਕਾਫੀ ਬਣੀ ਹੋਈ ਸੀ, ਬਹੁਤ ਬੜੀ ਬਣਾਈ ਸੀਗੀ ਤੇ ਬਾਜ਼ਾਰ 'ਚ ਪ੍ਰਧਾਨ ਨਹੀਂ ਸੀ ਕਬਾੜੀ ਬਾਜ਼ਾਰ ਤੇ। ਅੱਛਾ ਜੀ। ਇਹਨਾਂ ਤੋਂ ਬਗੈਰ ਨਿਲਾਮੀ ਕੋਈ ਕਰ ਨਹੀਂ ਸਕਦਾ ਸੀ ਇਹਨਾਂ ਤੋਂ ਬਗੈਰ, ਜੀ ਬੜੀ ਬਣਾਈ ਬਹੁਤ ਸੀਗੀ। ਮੈਂ ਕਿਹਾ ਸ਼ਾਇਦ ਤਾਂ ਲੋਕੀ ਆ ਰਹੇ ਨੇ ਵੀ ਕੀ ਬਣਿਆ ਕੀ ਬਣਿਆ ਕੀ ਬਣਿਆ, ਉਹ ਤਾਂ ਆ ਰਹੇ ਸੀਗੇ। ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ, ਪਰ ਅਸੀਂ ਖਾਣਾ ਵਗੈਰਾ ਕੁਛ ਨਹੀਂ ਖਾਦਾ, ਸਾਡਾ ਅੰਦਰੋਂ ਦਿਲ ਹੀ ਨਹੀਂ ਕੀਤਾ ਵੀ ਅਸੀਂ ਚਾਹ ਬਣਾਈਏ ਪੀਏ ਕੋਈ ਕੰਮ ਕਰੀਏ। ਦਿਲ ਕਿਸ ਤਰੀਕ ਦੀ ਗੱਲ ਹੈ ਜੀ? ਇਹ 26 ਤਰੀਕ ਦੀ, 26 ਦਸੰਬਰ ਦੀ ਗੱਲ ਹੈ ਜੀ, ਅਗਲੇ ਦਿਨ ਦੀ ਗੱਲ ਹੈ। ਹਾਂਜੀ। ਤੇ ਜਦੋਂ ਫਿਰ ਉਸੇ ਦਿਨ ਹੀ ਫਿਰ ਅੰਕਲ ਨੂੰ ਡੈੱਡ ਬੋਡੀ ਜਿਹੜੀ ਹਾਂ, ਹੈ ਇਹ ਜਦੋਂ ਡੈਡ ਬੋਡੀ ਲੈ ਕੇ ਆਏ ਆ ਨਾ, ਇਹ ਗਲੀ 'ਚ ਰੋਂਦਾ ਆਇਆ। ਅੱਛਾ। ਜਦੋਂ ਰੋਂਦਾ ਆਇਆ ਨਾ ਤਾਂ ਸਾਨੂੰ ਉਦੋਂ ਸ਼ੱਕ ਪੈ ਗਿਆ ਵੀ ਇਹ ਰੋਂਦਾ ਪਿਆ ਵੀ ਕੋਈ ਨਾ ਕੋਈ ਗੱਲ ਹੋ ਗਈ। ਫਿਰ ਮੇਰੀ ਬੇਟੀ ਵੱਡੀ ਖੜੀ ਸੀ ਬਾਹਰ ਹੀ, ਨਲਕੇ ਤੇ ਪਾਣੀ ਲੈ ਰਹੀ ਸੀਗੀ, ਉਹਨੇ ਉਸ ਲਈ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ। ਫਿਰ ਉਦੋਂ ਸਾਡਾ ਘਰ ਰੋਣਾ ਪਿੱਟਾ ਪਤਾ ਲੱਗ ਗਿਆ ਬਈ ਉਦੋਂ ਹੀ 2 ਮਿੰਟ ਬਾਅਦ ਹੀ, ਕਿਉਂਕਿ ਗੱਡੀ ਇੱਥੇ ਆ ਚੁੱਕੀ ਸੀਗੀ ਡੈਡ ਬੋਡੀ। ਅੱਛਾ ਦੀ, ਤੁਸੀਂ ਏਡਾ ਵੱਡਾ ਦੁੱਖ ਝੇਲਿਆ ਜੀ, ਤੁਹਾਨੂੰ ਹੋਸ਼ ਪਹਿਲੇ ਤਾਂ ਹੋਸ਼ ਹੀ ਨਹੀਂ ਸੀਗੀ ਵੀ ਹੋਇਆ ਕੀ। ਮੈਂ ਤਾਂ ਵੇਖਦੀ ਰਹੀ ਹਾਂ, ਮੈਨੂੰ ਕੁਛ ਨਹੀਂ ਪਤਾ, ਨਾ ਮੈਂ ਰੋਵਾਂ ਨਾ ਮੈਂ ਹੱਸਾਂ ਨਾ ਮੈਂ ਕੁਛ ਕਰ। ਫਿਰ ਸਾਰੇ ਮੈਨੂੰ ਬੁਲਾਣ, ਬਾਰ-ਬਾਰ ਬੁਲਾਣ। ਅੱਛਾ, ਤੁਸੀਂ ਇੱਕਦਮ ਗੁੰਮ ਹੋ ਗਏ ਸੀਗੇ, ਦਿਮਾਗ ਇੱਕਦਮ ਬਲੌਕ ਹੋ ਗਿਆ ਸੀ, ਰੁਕ ਗਿਆ ਸੀਗਾ ਜੀ, ਇੱਕਦਮ ਬਲੌਕ ਹੋ ਗਿਆ। ਮੈਨੂੰ ਅੱਧੇ ਘੰਟੇ ਬਾਅਦ, ਪੌਣੇ ਘੰਟੇ ਬਾਅਦ ਮੈਨੂੰ ਹੋਸ਼ ਆਇਆ। ਤੁਹਾਨੂੰ ਦੁੱਖ ਵੀ ਸੀਗਾ ਤੇ ਗੁੱਸਾ ਵੀ ਸੀਗਾ ਕਿਸੇ? ਨਾ, ਗੁੱਸਾ ਕੋਈ ਕੋਈ ਕਿਸੇ ਗੱਲ ਦਾ ਗੁੱਸਾ ਕੋਈ ਨਹੀਂ ਸੀ, ਬਸ ਮੈਂ ਇੱਕਦਮ ਸਹਿਮ ਗਈ ਸੀ। ਅੱਛਾ, ਸਹਿਮ ਗਈ ਸੀ ਮੈਂ ਵੀ ਕੀ ਹੋਇਆ ਤੇ ਕੀ ਹੋ ਗਿਆ, ਵੀ ਕਿਉਂ ਲੋਕੀ ਆ ਰਹੇ ਨੇ, ਕਿਉਂ ਇੰਨੀ ਭੀੜ ਇਕੱਠੀ ਹੋ ਗਈ ਹੈ। ਜਦੋਂ 1991 ਦਾ ਜਿਹੜਾ ਦੌਰ ਸੀਗਾ ਨਾ ਜੀ, ਉਹ ਅੱਤਵਾਦ ਵਾਲਾ ਦੌਰ ਸੀਗਾ, ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਅੱਤਵਾਦ ਦਾ। ਤੁਹਾਨੂੰ ਜਦੋਂ ਇਹ ਇਨਸੀਡੈਂਟ ਹੋਇਆ, ਅੰਕਲ ਨਾਲ ਜਦੋਂ ਇਨਸੀਡੈਂਟ ਹੋ ਗਿਆ, ਮੰਗਲ ਸੈਨ ਜੀ ਨਾਲ ਇਨਸੀਡੈਂਟ ਹੋ ਗਿਆ, ਤੇ ਤੁਹਾਨੂੰ ਅੱਤਵਾਦ ਦੇ ਪ੍ਰਤੀ ਕੋਈ ਗੁੱਸਾ ਨਹੀਂ ਸੀਗਾ? ਨਾ, ਕੋਈ ਗੁੱਸਾ, ਮੈਨੂੰ ਹੋਸ਼ ਹੀ ਨਹੀਂ ਸੀ। ਅੱਛਾ, ਮੈਨੂੰ ਹੋਸ਼ ਹੀ ਨਹੀਂ ਸੀ ਵੀ ਮੇਰੇ ਨਾਲ ਹੋਇਆ ਕੀ ਤੇ ਹੋ ਕੀ ਗਿਆ। ਪਰ ਬਾਅਦ ਚ ਜਦੋਂ ਹੋਸ਼ ਆਈ ਉਦੋਂ ਗੁੱਸਾ ਆਇਆ ਵੀ ਬਣ ਕੀ ਗਿਆ ਸਾਡੇ ਨਾਲ, ਅੰਤਕਵਾਦੀਆਂ ਨੇ ਸਾਡੇ ਨਾਲ ਕਿਉਂ ਕੀਤਾ ਹੈ। ਅੱਛਾ, ਤੁਹਾਨੂੰ ਇਹ ਸੀਗਾ ਕਿ ਮਾਸੂਮ ਕੋਈ ਕਸੂਰ ਨਹੀਂ ਸੀਗਾ, ਬੇਕਸੂਰ ਸੀ, ਬੇਕਸੂਰ ਮਾਰੇ ਗਏ, ਬੇਕਸੂਰ ਮਾਰੇ ਗਏ। ਅੱਛਾ, ਹੋਰ ਕੀ ਜਾਣਕਾਰੀ ਉਸ ਟਾਈਮ ਮਿਲੀ ਤੁਹਾਨੂੰ ਜੀ? ਕਿਸ ਮਤਲਬ ਜਿਵੇਂ ਕੋਈ ਜਾਣਕਾਰੀ ਸਿੱਧਾ ਬਸ ਡੈਡ ਬੋਡੀ ਹੀ ਆਈ ਹੈ, ਲੈਣ ਗਏ ਆ ਤੇ ਅੰਕਲ ਦੀ ਬੋਡੀ ਹੀ? ਬਾਕੀ ਬਾਅਦ ਵਿੱਚ ਲੋਕਾਂ ਨੇ ਦੱਸਿਆ, ਕੋਈ ਕਹਿੰਦਾ ਸੀਗਾ ਵੀ ਇਹ ਆਪਣੀ ਸੀਟ ਤੇ ਬੈਠਾ ਸੀ, ਗੋਲੀ ਮਾਰੀ। ਕੋਈ ਕਹਿ ਰਿਹਾ ਸੀ ਗੋਲੀ ਕਿੱਥੇ ਲੱਗੀ ਸੀਗੀ ਜੀ? ਗੋਲੀ ਕਿੱਥੇ ਲੱਗੀ ਸੀਗੀ ਉਹਨਾਂ ਦੀ? ਉਹਨਾਂ ਦੇ ਇੱਕ ਤਾਂ ਸਿਰ ਤੇ ਵੱਜੀ ਸੀਗੀ। ਹਾਂ, ਇੱਕ ਅੱਖ ਦੇ ਵਿੱਚ, ਅੱਖ ਬਿਲਕੁਲ ਨਿਕਲੀ ਹੋਈ ਸੀ। ਅੱਛਾ, ਇੱਥੇ ਮੋਰੀ ਹੋਈ ਸੀਗੀ ਇੱਥੇ। ਠੀਕ ਹੈ। ਬਾਕੀ ਖੂਨ ਸਾਰਾ ਮੂੰਹ ਨਾਲ ਭਰਿਆ ਸੀ, ਅੱਖ ਤੇ ਬਿਲਕੁਲ ਨਿਕਲ ਚੁੱਕੀ ਸੀ। ਅੱਛਾ, ਅੱਖ ਦੇ ਉੱਪਰ ਤੇ ਸਿਰ ਦੇ ਉੱਪਰ ਗੋਲੀ ਲੱਗੀ ਸੀ ਤੇ ਇੱਥੇ ਗੋਲੀ ਵਾਰੀ ਸੀ। ਜੀ ਜੀ। ਤੇ ਜਦੋਂ ਇਹ ਕਾਂਡ ਹੋ ਗਿਆ ਜੀ, ਉਸ ਤੋਂ ਬਾਅਦ ਤੁਸੀਂ ਮਹੀਨਾ, ਬੜਾ ਮੁਸ਼ਕਿਲ ਹੁੰਦਾ ਹੈ ਆਪਣੇ ਆਪ ਨੂੰ ਸੰਭਾਲਣਾ। ਸਾਲ ਨਹੀਂ, 2 ਸਾਲ। ਤੇ ਬੱਚਿਆਂ ਨੂੰ ਪਰਵਰਿਸ਼ ਫਿਰ ਕਿਵੇਂ ਕੀਤੀ ਜੀ? ਤੁਹਾਡੇ ਪਰਿਵਾਰ ਦੇ ਵਿੱਚ ਕਿਸ ਸ਼ਖਸ ਨੇ ਮਦਦ ਕੀਤੀ? ਕਿਸੇ ਨੇ ਮਦਦ ਨਹੀਂ ਕੀਤੀ। ਅੱਛਾ, ਕਿਸੇ ਨੇ ਮਦਦ ਨਹੀਂ ਕੀਤੀ। ਤੁਸੀਂ ਆਪਣੇ ਬੱਚਿਆਂ ਨੂੰ ਆਪ ਪੜਾਇਆ, ਲਿਖਾਇਆ, ਕਰਾਇਆ, ਆਪ ਹੀ ਸਾਰਾ ਕੁਝ ਕੀਤਾ। ਜੀ ਜੀ ਜੀ। ਮੈਨੂੰ ਕਿਸੇ ਦੀ ਕੋਈ ਪੇਕੇ ਵੱਲੋਂ ਨਹੀਂ, ਕੋਈ ਸਹੁਰੇ ਵੱਲੋਂ ਨਹੀਂ, ਕੋਈ ਸਮਾਜ ਵੱਲੋਂ ਕੋਈ ਕੁਝ ਮਦਦ ਨਹੀਂ, ਕਿਸੇ ਵੱਲੋਂ ਕੋਈ ਮੈਨੂੰ। ਕੋਈ ਰੇਲਵੇ ਵੱਲੋਂ ਵੀ ਤੁਹਾਨੂੰ ਮਦਦ ਮਿਲੀ ਕੋਈ ਜੀ? ਜਾਂ ਸਰਕਾਰ ਵੱਲੋਂ ਕੋਈ, ਪੰਜਾਬ ਸਰਕਾਰ ਵੱਲੋਂ ਜਾਂ ਰੇਲਵੇ ਵੱਲੋਂ ਕੋਈ ਮਦਦ ਮਿਲੀ ਜੀ? ਉਸ ਟਾਈਮ ਅਜੇ ਕਿਰਿਆ ਨਹੀਂ ਸੀ ਹੋਈ ਤੇ ਰੇਲਵੇ ਵਾਲੇ ਬੰਦੇ ਇਕੱਠੇ ਹੋ ਕੇ 5000 ਰੁਪਏ ਦੇ। ਅੱਛਾ, ਕਿਰਿਆ ਤੋਂ ਪਹਿਲਾਂ ਹੀ ਆ ਗਏ ਸੀਗੇ 5000? ਉਸ ਟਾਈਮ ਤੁਹਾਨੂੰ 5000 ਦਿੱਤਾ ਸੀ ਉਹਨਾਂ ਨੇ। ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਕਹਿੰਦੇ ਸੀ ਤੁਹਾਨੂੰ ਹਰ ਮਹੀਨੇ 1000 ਰੁਪਏ ਪੈਨਸ਼ਨ ਮਿਲੇਗੀ। ਅੱਛਾ ਜੀ, 1000 ਰੁਪਏ ਪੈਨਸ਼ਨ ਪਰ ਮਹੀਨੇ ਰੇਲਵੇ ਦੇਗੀ? ਨਹੀਂ, ਪੰਜਾਬ ਗਵਰਨਮੈਂਟ। ਅੱਛਾ, ਪੰਜਾਬ ਗਵਰਨਮੈਂਟ ਦੇਗੀ। ਠੀਕ ਹੈ ਜੀ, ਗਵਰਨਮੈਂਟ ਵੱਲੋਂ। ਤੇ ਉਹ ਮਿਲ ਰਹੀ ਹੈ ਪੈਨਸ਼ਨ ਜੀ ਤੁਹਾਨੂੰ? ਹਾਂਜੀ, ਫਿਰ 1000 ਤੋਂ 1500 ਹੋ ਗਈ, 1500, 2000, 2500, ਕਰਦਾ ਹੁਣ 6000। ਹੁਣ 2 ਮਹੀਨੇ ਹੋ ਗਏ ਨੇ ਪੈਨਸ਼ਨ ਨਹੀਂ ਆ ਰਹੀ। ਅੱਛਾ, ਤੁਹਾਨੂੰ 6000 ਹੋ ਚੁੱਕੀ ਹੈ ਲੇਕਿਨ 2 ਮਹੀਨੇ ਤੋਂ ਤੁਹਾਡੀ ਪੈਨਸ਼ਨ ਨਹੀਂ ਆਈ ਹੈ। ਤੇ ਤੁਸੀਂ ਇਹ ਕਨਫਰਮ ਕੀਤਾ ਕਿ ਕਿਉਂ ਨਹੀਂ ਆ ਰਹੀ ਹੈ ਪੈਨਸ਼ਨ? ਮੈਂ ਕਨਫਰਮ ਕੀਤਾ ਸੀਗਾ। ਹਾਂਜੀ, ਪਿਛਲੀ ਵਾਰੀ ਕਹਿੰਦੇ ਸੀ ਪਿੱਛੋਂ ਨਹੀਂ ਆਈ, ਹੁਣ 1 ਮਹੀਨੇ ਦੀ ਆ ਗਈ ਹੈ। ਤੇ 1 ਮਹੀਨੇ ਦੀ ਹਜੇ ਵੀ ਨਹੀਂ ਆਈ। 1 ਮਹੀਨੇ ਦੀ ਹਜੇ ਵੀ ਜਿਹੜੀ ਹੈ ਉਹ ਪੈਂਡਿੰਗ ਰਹਿੰਦੀ ਹੈ। ਹਾਂਜੀ, ਪੈਂਡਿੰਗ ਹੈ। ਜੀ ਜੀ ਜੀ। ਤੇ ਫਿਰ ਜਿਹੜਾ ਬੜਾ ਮੁਸ਼ਕਿਲਾਂ ਨਾਲ ਤੁਸੀਂ ਸਾਹਮਣਾ, ਮਤਲਬ ਇਸ ਤਰੀਕੇ ਤੋਂ ਦੌਰ ਤੋਂ ਨਿਕਲੇ ਹੋ, ਤੇ ਪਰਿਵਾਰ ਦਾ ਫਿਰ ਗੁਜ਼ਾਰਾ ਕਿਵੇਂ ਕੀਤਾ ਜੀ ਤੁਸੀਂ? ਬਸ ਦੁਕਾਨ ਜਿਹੜੀ ਹੈਗੀ ਸੀਗੀ, ਬੱਚੇ ਜਿਵੇਂ ਵੀ। ਪਾਣੀ
ਆਂਟੀ ਅਸੀਂ ਤੁਹਾਡੇ ਹੌਸਲੇ ਨੂੰ ਸਲਾਮ ਕਰਦੇ ਜੀ, ਜਜ਼ਬੇ ਨੂੰ ਸਲਾਮ ਕਰਦੇ ਆ ਕਿ ਤੁਸੀਂ ਆਪਣੇ ਬੱਚੇ ਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਹੈ। ਇਹ ਮੇਰਾ ਬੇਟਾ ਵੀ ਜੀ ਸਮਝਦਾਰ ਸੀ, ਜੀ ਇਹ ਸਮਝਦਾਰ ਸੀ। ਇਹਨੇ ਮੈਨੂੰ ਹਾਲ ਨਾਲ ਲਾਇਆ। ਦੇਖੋ ਜਿਹੜੀ ਗੱਲ ਮੈਂ ਸਪਸ਼ਟ ਕਰਾਂ, ਜੀ ਜੀ ਇਹਨੇ ਮੈਨੂੰ ਹਾਲ ਨਾਲ ਤੁਹਾਡੇ ਲਾਇਆ। ਆਂਟੀ ਕਿੰਨੇ ਬੱਚੇ ਹੈ ਜੀ ਟੋਟਲ? ਮੇਰੇ 2 ਮੁੰਡੇ ਨੇ, 2 ਕੁੜੀਆਂ ਨੇ। 2 ਬੇਟੇ ਹੈ, ਦੋਨੋਂ 2 ਬੇਟੀਆਂ ਕੁੜੀਆਂ ਤੇ ਦੋਨੋਂ ਸਾਰੇ ਮੈਰਿਡ ਹੈ ਜੀ? ਹਾਂਜੀ, ਸਾਰੇ ਮੈਰਿਡ ਹੈ। ਸਾਰੇ ਵੈਲ ਸੈਟਲਡ ਨੇ ਜੀ? ਹਾਂਜੀ, ਸਭ ਸੈਟ ਹੈ। ਕੋਈ ਗਿਲਾ ਹੁਣ ਕੋਈ ਸ਼ਿਕਵਾ ਕਿਸੇ ਚੀਜ਼ ਦਾ ਕੋਈ ਰਹਿ ਗਿਆ ਹੋਏ? ਕਮੀ ਤਾਂ ਦੇਖੋ ਮਹਿਸੂਸ ਹੁੰਦੀ ਹੈ, ਅੰਕਲ ਦੀ ਕਮੀ ਤਾਂ ਮਹਿਸੂਸ ਹੋਈ। ਕਮੀ ਇਹ ਮਹਿਸੂਸ ਉਸ ਤੋਂ ਹੋਈ ਇਲਾਵਾ ਹੈ ਕੋਈ ਵੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਮਾਰਕੀਟ ਬਣਾਈ। ਜੀ ਉਹ ਮਸ਼ਹੂਰ ਹੈ ਮੰਗਲ ਮਾਰਕੀਟ, ਜੀ ਸਾਡੀ ਕੁਟੀਆ ਦੇ ਨਾਲ ਹੀ ਲੱਗਦੀ ਹੈ। ਹਾਂਜੀ ਹਾਂਜੀ ਤੇ ਹੁਣ ਉਸ ਤੋਂ ਬਾਅਦ ਮੈਂ ਕੀ ਦੱਸਾਂ, ਘਰ ਦੀਆਂ ਕਹਾਣੀਆਂ ਨੇ, ਹਾਂਜੀ ਹਾਂਜੀ ਕੀ ਦੱਸਾਂ। ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ ਤੇ ਅੱਛੇ ਦਿਨ ਵੀ ਜਲਦੀ ਆਣਗੇ ਜੀ। ਆਂਟੀ ਤੁਹਾਨੂੰ ਰੇਲਵੇ ਵੱਲੋਂ ਕੋਈ ਫੰਕਸ਼ਨ ਵਗੈਰਾ ਦੇ ਵਿੱਚ ਕਦੇ ਫੰਕਸ਼ਨ ਕੀਤਾ ਉਹਨਾਂ ਨੇ ਬੁਲਾਇਆ ਹੋਇਆ ਕਿ ਵੀ ਇਹ ਬੰਦੇ ਜਿਹੜੇ ਆ ਟ੍ਰੇਨ ਦੇ ਵਿੱਚ ਟ੍ਰੇਨ ਹਾਦਸੇ ਵਿੱਚ? ਨਾ, ਕੋਈ ਵੀ ਅਜੇ ਤੱਕ ਕੋਈ ਫੰਕਸ਼ਨ ਨਹੀਂ ਕੋਈ ਹੋਇਆ? function ਕੋਈ ਪੰਜਾਬ ਗਵਰਨਮੈਂਟ ਦਾ ਵੀ ਇਸ ਤਰ੍ਹਾਂ ਦਾ ਫੰਕਸ਼ਨ ਨਹੀਂ ਕੋਈ ਹੋਇਆ? ਨਹੀਂ ਹੋਇਆ। ਬਸ ਤੁਹਾਨੂੰ ਪੈਨਸ਼ਨ ਮਿਲਦੀ ਹੈ 6000 ਪੈਨਸ਼ਨ ਮਿਲਦੀ ਹੈ ਜਿਹੜੀ 2 ਮਹੀਨੇ ਤੋਂ 1 ਮਹੀਨੇ ਤੋਂ ਆਜੇ ਪਿੱਛੇ ਵੀ ਆਈ ਨਹੀਂ। ਹਾਂਜੀ, ਵੈਸੇ ਗਵਰਨਮੈਂਟ ਦੇ ਮਤਲਬ ਕਿ 50,000 ਇੱਕ ਤੇ 30,000 ਇੱਕ ਉਹਨਾਂ ਨੇ ਦਿੱਤਾ ਸੀਗਾ। 8 ਸਾਲਾਂ ਬਾਅਦ ਡਬਲ ਰਕਮ ਹੋਏਗੀ, ਪਹਿਲੇ ਤੁਸੀਂ ਨਹੀਂ ਕਢਵਾ ਸਕਦੇ। ਜੀ ਜੀ ਬਸ ਉਹ ਜ਼ਰੂਰ ਮਿਲੀ ਸੀਗੀ 50,000 ਤੇ 30,000 50,000 ਉਹਨਾਂ ਨੇ ਚੈੱਕ ਦਿੱਤਾ ਸੀਗਾ? ਚੈੱਕ ਦਿੱਤੇ ਸੀ ਜੀ ਜੀ ਪਹਿਲੇ 30,000 ਇਹ ਦਿੱਤਾ ਪੰਜਾਬ ਗਵਰਨਮੈਂਟ ਵੱਲੋਂ ਮਿਲਿਆ ਸੀਗਾ ਜੀ? ਹਾਂਜੀ। ਠੀਕ ਹੈ ਜੀ। ਇੱਕ ਤੇ ਕਿਹੜੇ ਸਾਲ 'ਚ ਮਿਲਿਆ ਸੀਗਾ ਜੀ 50,000 ਦਾ ਚੈੱਕ ਤੁਹਾਨੂੰ? ਇਹ ਤਾਂ ਮੈਨੂੰ ਯਾਦ ਨਹੀਂ ਕਿਹੜੇ ਚੈਨ ਵਿੱਚ ਮਿਲਿਆ। ਅੱਛਾ 50,000 ਦਾ ਚੈੱਕ ਮਿਲਿਆ ਸੀਗਾ 30,000 ਤਾਂ ਪਹਿਲੇ 30,000 ਦਾ ਮਿਲਿਆ ਸਰਕਾਰ ਵੱਲੋਂ? ਹਾਂਜੀ, ਪਹਿਲਾਂ 30,000 ਦਾ ਮਿਲਿਆ ਸੀ ਫਿਰ 50,000 ਦਾ ਮਿਲਿਆ ਸੀਗਾ ਜੀ। ਹਾਂਜੀ। ਉਸ ਤੋਂ ਬਾਅਦ ਉਹਦੇ ਨਾਲ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ, ਕੁਝ ਨਹੀਂ ਮਿਲਿਆ, ਸਿਰਫ ਪੈਨਸ਼ਨ ਮਿਲਦੀ ਹੈ ਪੈਨਸ਼ਨ 6000? ਮਿਲਦੀ ਬਸ। ਠੀਕ ਹੈ ਜੀ। ਤੇ ਤੁਸੀਂ ਬੜੇ ਮੁਸ਼ਕਿਲ ਹਾਲਾਤ ਨਾਲ ਨਿਕਲੇ ਹੋ ਜੀ ਬਹੁਤ। ਤੇ ਸਟਰਗਲ ਕੀਤਾ ਤੁਸੀਂ ਲਾਈਫ ਦੇ ਵਿੱਚ। ਤੇ ਆਂਟੀ ਜੋ ਤੁਸੀਂ ਹਿੰਮਤ ਦਿਖਾਈ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਤੇ ਅਸੀਂ ਜਿਹੜੇ ਵੀ ਪੋਡਕਾਸਟ ਦੇਖ ਰਹੇ ਨੇ ਉਹਨਾਂ ਦੇ ਦਰਸ਼ਕਾਂ ਦੇ ਤੇ ਸਾਡੀ ਟੀਮ ਦੇ ਅਸੀਂ ਤੁਹਾਡੇ ਹੌਸਲੇ ਦੀ ਕਦਰ ਕਰਦੇ ਹਾਂ ਜੀ ਤੇ ਧੰਨਵਾਦ ਕਰਦੇ ਹਾਂ ਆਂਟੀ ਦਾ। ਬਹੁਤ ਬਹੁਤ ਸ਼ੁਕਰੀਆ। ਆਂਟੀ ਨੇ ਦੱਸਿਆ ਕਿ ਤੁਸੀਂ ਜਦੋਂ ਟ੍ਰੇਨ ਕਾਂਡ ਹੋਇਆ ਕਿ ਸਭ ਤੋਂ ਪਹਿਲਾਂ ਆਂਟੀ ਨੇ ਤੁਹਾਨੂੰ ਬੁਲਾਇਆ ਸੀਗਾ ਤੇ ਤੁਸੀਂ ਉਹਨਾਂ ਨੂੰ ਲੈਣ ਗਏ ਸੀਗੇ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਅਰੁਣ ਕੁਮਾਰ ਹੈ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਸੀਗਾ ਕਾਂਡ ਇਹ ਟ੍ਰੇਨ ਕਾਂਡ ਹੋ ਗਿਆ ਜੀ? ਮੈਨੂੰ ਤਾਂ ਰਾਤ ਨੂੰ ਤਾਂ ਪਤਾ ਨਹੀਂ ਲੱਗਾ। ਰਾਤੀ ਅਸੀਂ ਆ ਕੇ ਸੋ ਗਏ ਆਪਣੀ ਸ਼ੌਪ ਵਗੈਰਾ ਕਲੋਜ਼ ਕਰਕੇ, ਤੇ ਸਵੇਰੇ ਮੰਮੀ ਨੇ ਮੈਨੂੰ ਉਠਾਇਆ, ਮਾਤਾ ਨੇ, ਵੀ ਐਵੇਂ ਐਵੇਂ ਕਾਂਡ ਹੋ ਗਿਆ ਤੇ ਪਾਪਾ ਵੀ ਰਾਤੀ ਨਹੀਂ ਆਏ ਤੇ ਕੀ ਗੱਲ ਹੋ ਗਈ ਜੀ? ਤੇ ਮੈਂ ਕਿਹਾ ਵੀ ਉਹ ਆ ਜਾਂਦੇ ਆ ਕਈ ਵਾਰੀ ਆਪਣੇ ਆਪ, ਕਈ ਵਾਰੀ ਉੱਥੇ ਜਲੰਧਰ ਸਾਡੇ ਕਾਫੀ ਅੱਛੇ ਨੋਨ ਹੈਗੇ ਬੰਦੇ ਜਿੰਨਾ ਘਰ ਰੁਕ ਜਾਂਦੇ ਰਾਤੀ। ਮੈਂ ਕਿਹਾ ਵੀ ਆ ਜਾਣਗੇ ਕੋਈ ਨਹੀਂ, ਤੇ ਜਾਂ ਸਵੇਰੇ ਟ੍ਰੇਨ ਤੇ ਜਿਹੜੀ ਉਹ ਅਖਬਾਰਾਂ ਵਾਲੀ ਨਿਊਜ਼ਪੇਪਰ ਵਾਲੀ ਗੱਡੀ ਉਹਦੇ ਤੇ ਆ ਜਾਂਦੇ ਕਈ ਵਾਰੀ। ਤੇ ਕਹਿੰਦੇ ਟਾਈਮ ਬਹੁਤ ਜ਼ਿਆਦਾ ਹੋ ਗਿਆ, 7 ਵੱਜ ਗਏ, 7:30 ਹੋ ਗਏ, ਆਏ ਨਹੀਂ। ਮੈਂ ਕਿਹਾ ਚਲੋ ਅਸੀਂ ਵੀ ਚਲੇ ਗਏ। ਮੈਂ ਇੱਕ ਵਾਰੀ ਮੈਨੂੰ ਕਹਿੰਦੇ ਵੀ ਮਾਮਾ ਜੀ ਦਾ ਘਰ ਸਾਡੇ ਆਜ਼ਾਦ ਚੌਂਕ ਹੀ ਸੀਗਾ, ਮੈਂ ਉਹਨਾਂ ਨੂੰ ਲੈ ਕੇ ਨਾਲ। ਕੀ ਨਾਂ ਸੀਗਾ ਮਾਮਾ ਜੀ ਦਾ? ਉਹਨਾਂ ਦਾ ਸ਼੍ਰੀ ਕ੍ਰਿਸ਼ਨ ਲਾਲ ਗੁਲਾਟੀ। ਅੱਛਾ ਜੀ। ਉਹਨਾਂ ਨੂੰ ਦੱਸਿਆ ਮੈਂ, ਉਹਨਾਂ ਦਾ ਬੇਟਾ ਕਹਿੰਦਾ ਵੀ ਮੈਨੂੰ ਤਾਂ ਰਾਤੀ ਪਤਾ ਲੱਗ ਚੁੱਕਾ ਸੀਗਾ, ਪਰ ਮੈਨੂੰ ਨਹੀਂ ਪਤਾ ਵੀ ਉਹ ਵੀ ਗਏ ਹੋਏ, ਜੇ ਵੀ ਗਏ ਹੋਏ ਆ। ਤੇ ਮੈਂ ਕਿਹਾ ਵੀ ਆਪਾਂ ਚੱਲੀਏ, ਆਪਾਂ ਇੱਕ ਵਾਰੀ ਵੇਖ ਕੇ ਆਈਏ। ਅਸੀਂ ਗਏ। ਤੁਸੀਂ ਵੈਸੇ ਹੀ ਦੇਖਣ ਗਏ ਹੋ ਕਿ ਤੁਹਾਨੂੰ ਸਟੇਸ਼ਨ ਜਾ ਕੇ ਕਨਫਰਮ ਹੋਇਆ? ਅਸੀਂ ਵੈਸੇ ਹੀ ਵੇਖਣ ਗਏ ਇੱਕ ਵਾਰੀ। ਅੱਛਾ। ਵੀ ਕਾਂਡ ਹੋਇਆ ਕਿਉਂਕਿ ਪਾਪਾ ਕਰਦੇ ਸੀ ਰੇਲਵੇ ਠੇਕੇਦਾਰੀ ਮੇਰੇ। ਜੀ ਜੀ ਜੀ। ਉਹਨਾਂ ਨੇ ਸਮਾਨ ਲੈਣ ਜਾਣਾ ਸੀਗਾ। ਮੇਰੀ ਇੱਕ ਦਿਨ ਪਹਿਲਾਂ ਸ਼ਾਮੀ ਗੱਲ ਹੋਈ ਸੀ ਵੀ ਕਿ ਮੈਂ ਨਾ ਇੱਧਰੋਂ ਜਾਵਾਂਗਾ ਲੁਧਿਆਣਾ, ਉੱਥੋਂ ਬਿੱਲ ਵਗੈਰਾ ਲੈਣੇ ਸੀ। ਲੁਧਿਆਣੇ ਜਾਵਾਂਗਾ ਮੈਂ ਜਲੰਧਰ, ਤੇ ਜਲੰਧਰੋਂ ਸਮਾਨ ਲੈ ਕੇ ਵਾਪਸ ਆਵਾਂਗਾ ਮੈਂ। ਤੇ ਮੇਰੇ ਇਹੀ ਸੀਗਾ ਵੀ ਉਹਨਾਂ ਨੇ ਜਲੰਧਰੋਂ ਆਣਾ, ਲੁਧਿਆਣੇ ਦਾ ਕੋਈ ਰੋਲ ਹੀ ਨਹੀਂ ਹੈਗਾ। ਲੁਧਿਆਣੇ ਦਾ ਸਾਨੂੰ ਖਬਰ ਬਹੁਤ ਹੀ ਨਹੀਂ ਸੀਗਾ ਵੀ ਲੁਧਿਆਣੇੋਂ ਵਾਪਸ ਆ ਰਹੇ ਉਧਰੋਂ ਦੀ। ਤੇ ਜਦੋਂ ਅਸੀਂ ਗਏ ਸਟੇਸ਼ਨ ਤੇ ਉੱਥੇ ਜਿਹੜੇ ਠੇਕੇਦਾਰ ਸੀਗੇ, ਜਿਹੜੇ ਜਿਨ੍ਹਾਂ ਨਾਲ ਰੇਲਵੇ ਦੇ ਜਿਹੜੇ ਸੀਗੇ ਬੰਦੇ, ਉਹਨਾਂ ਚੋਂ ਬੰਦੇ ਨੂੰ ਪਤਾ ਲੱਗ ਚੁੱਕਾ ਸੀ ਕਿਉਂਕਿ ਜਿਹੜਾ ਇਹਨਾਂ ਨਾਲ ਬੰਦਾ ਆ ਰਿਹਾ ਸੀਗਾ ਉਹ ਵੀ ਰੇਲਵੇ ਦਾ ਹੀ EMPLOYE ਸੀਗਾ ਜੀ। ਤੇ
ਉਹਦੇ ਜਦੋਂ ਘਰੋਂ ਖਬਰ ਪਤਾ ਲੱਗੀ ਉਹਨਾਂ ਨੇ ਕਿਹਾ ਵੀ ਉਹਦੇ ਪਾਪਾ ਵੀ ਨਾਲ ਸੀਗੇ ਹੁੰਦੇ, ਅੱਛਾ ਜੀ, ਜਿਨ੍ਹਾਂ ਦੀ ਡੈਥ ਹੋ ਗਈ ਹੈ। ਉਹਨਾਂ ਨੇ ਮੈਨੂੰ ਇਨਡਾਇਰੈਕਟਲੀ ਕਿਹਾ ਵੀ ਤੂੰ ਉੱਥੇ ਜਾ। ਮੈਨੂੰ ਪੱਕਾ ਕਨਫਰਮ ਨਹੀਂ ਕਿਹਾ ਉਹਨਾਂ ਨੇ, ਵੀ ਪਤਾ ਨਹੀਂ ਸ਼ਾਇਦ ਕੀ ਪਤਾ ਜ਼ਖਮੀ ਹੋਣ ਜਾਂ ਕੀ ਹਾਲਤ ਹੋਵੇ ਉਹਨਾਂ ਦੀ। ਠੇਕੇਦਾਰਾਂ ਨੇ ਤੁਹਾਨੂੰ ਦੱਸਿਆ? ਉਹਨਾਂ ਨੇ ਦੱਸਿਆ ਮੈਨੂੰ, ਠੇਕੇਦਾਰ ਜਿਹੜੇ ਉਧਰ ਹਾਂ ਸੀਗੇ, ਜਿਹੜੇ ਉੱਥੇ ਸੀਗੇ, ਅੱਛਾ ਵੀ ਜੀ, ਤੂੰ ਜਾ ਤੇ ਤੂੰ ਉੱਥੇ, ਉਹ ਨਾਲ ਸੀਗੇ ਇਹਨਾਂ ਦੇ। ਮੈਂ ਕਿਹਾ ਉਹਨਾਂ ਨੇ ਤਾਂ ਜਾਣੇ ਆਣਾ ਹੀ ਨਹੀਂ ਸੀਗਾ ਲੁਧਿਆਣੇ ਤੋਂ, ਮੈਨੂੰ ਤਾਂ ਯਕੀਨ ਅੱਛਾ ਫਿਰ ਤੁਹਾਨੂੰ ਨਹੀਂ ਕਨਫਰਮ ਨਹੀਂ ਸੀਗਾ ਕਿ ਤੁਹਾਡੇ ਮਨ 'ਚ ਇਹ ਸੀਗਾ ਕਿ ਉਹ ਜਲੰਧਰ ਗਏ ਹੋਏ ਉਹ ਜਲੰਧਰ ਗਏ ਤੇ ਆ। ਠੇਕੇਦਾਰ ਇਹ ਕਹਿ ਰਹੇ ਸੀ ਤੂੰ ਲੁਧਿਆਣੇ ਉਹ ਕਹਿੰਦੇ ਵੀ ਉਹ ਲੁਧਿਆਣੇ, ਉਹ ਨਾਲ ਸੀਗਾ, ਉਹ ਰਾਤੀ ਇਕੱਠੇ ਚੜੇ ਆ ਦੋਨੋਂ ਜਣੇ ਤੇ ਉਹਦੀ ਡੈਥ ਹੋ ਗਈ ਜਿਹੜਾ ਨਾਲ ਸੀਗਾ ਇਹਨਾਂ ਦੇ। ਤੇ ਤੂੰ ਜਾ ਕੇ ਕਨਫਰਮ ਕਰ ਵੀ ਇਹ ਗੱਲ ਸਹੀ ਹੈ, ਵੀ ਕੀ ਪਤਾ ਸ਼ਾਇਦ ਜਾ ਕੇ ਵੀ ਭੱਜ ਗਏ ਉਹਨਾਂ ਤੋਂ ਕਈ ਲੋਕੀ ਬਚੇ ਵੀ ਸੀਗੇ ਉਧਰੋਂ ਦੀ। ਅੱਛਾ ਜੀ, ਤੂੰ ਜਾ ਇੱਕ ਵਾਰੀ ਕਨਫਰਮ ਕਰ। ਅੱਛਾ ਫਿਰ ਤੁਸੀਂ ਟੈਕਸੀ ਕਰਕੇ? ਫਿਰ ਟੈਕਸੀ ਕਰਕੇ ਮੈਂ ਆਪਣਾ ਫਰੈਂਡ ਲਿਆ ਤੇ ਨਾਲ ਮਾਮਾ ਹੀ ਸੀਗੇ, ਨਾਲ ਸੀਗੇ, ਫਿਰ ਅਸੀਂ ਚਲੇ ਗਏ ਉੱਥੇ ਜਾ ਕੇ ਜੀ। ਤੇ ਨਿਊਜ਼ ਦੇ ਵਿੱਚ ਸੀਗੀ ਵੀ 30-35 ਲੋਕੀ ਮਰੇ ਆ, ਘੱਟੋ ਘੱਟ ਉੱਥੇ 250 ਬੰਦਾ ਮਰਿਆ ਹੋਇਆ ਸੀ। ਉੱਥੇ ਸਕੂਲ ਦੇ ਵਿੱਚ ਪਈਆਂ ਸੀ ਲਾਸ਼ਾਂ ਉਦੋਂ, ਅੱਛਾ ਲੈਣਾ ਵਿੱਚ ਸਕੂਲ, ਕੋਈ ਸਕੂਲ ਸੀਗਾ, ਸਕੂਲ ਸਰਕਾਰੀ ਸਕੂਲ ਹੋਏਗਾ ਕੋਈ ਆਬਵੀਅਸਲੀ। ਵੀ ਐਕਚੁਅਲੀ ਮੈਨੂੰ ਇਹ ਨਹੀਂ ਤੇ ਉੱਥੇ ਜਿਹੜੀ ਲਾਸ਼ਾਂ ਰੱਖੀਆਂ ਹੋਈਆਂ ਸੀ, ਤੁਹਾਡੇ ਮੰਨਣਾ ਹੈ ਕਿ 200 ਲੈ ਕੇ 250 ਘੱਟੋ ਲਾਸ਼ਾਂ? ਘੱਟ 200-250 ਲਾਸ਼ਾਂ ਸੀ ਉੱਥੇ। ਅੱਛਾ, ਤੇ ਸਰਕਾਰੀ ਆંકੜੇ ਤਾਂ 49 ਦੱਸਦੇ ਆ ਜੀ ਕਿ 49 ਸਰਕਾਰੀ ਆંકੜੇ ਦਾ ਦੱਸਦੇ ਹੀ ਇਹੀ ਆ, ਉਹ ਤਾਂ ਉਹਨਾਂ ਨੇ ਤਾਂ ਦੱਸਣਾ ਹੀ ਨਹੀਂ। ਉਹਨਾਂ ਨੇ ਦੱਸਿਆ 30-35-40 ਮਰੇ ਆ, ਪਰ ਲੇਕਿਨ ਉੱਥੇ ਘੱਟੋ ਘੱਟ ਵੀ 250 ਲਾਸ਼ਾਂ ਸੀਗੀਆਂ, ਲਾਈਨਾਂ ਲੱਗੀਆਂ ਹੋਈਆਂ ਸੀ ਮੇਰੇ ਲਾਸ਼ਾਂ ਦੀਆਂ ਨੇ। ਤੇ ਤੁਸੀਂ ਉਸ ਲਾਸ਼ਾਂ ਦੇ ਵਿੱਚ ਅੰਕਲ ਨੂੰ ਕਿਵੇਂ ਪਛਾਣਿਆ, ਫਾਦਰ ਸਾਹਿਬ ਨੂੰ ਆਪਣੇ ਕਿਵੇਂ? ਉਹੀ ਦੱਸ ਰਿਹਾ। ਇੱਕ ਰਾਤ ਪਹਿਲਾਂ ਮੈਂ ਨਿਊ ਕੋਟ ਸਿਲਾਇਆ ਸੀਗਾ ਆਪਣਾ, ਆਪਣੇ ਵਾਸਤੇ? ਤੁਸੀਂ ਆਪਣੇ ਵਾਸਤੇ ਮੈਂ। ਅੱਛਾ, ਨਾਪ ਸੇਮ ਸੀਗਾ ਤੁਹਾਡਾ ਨਾਪ ਅੰਕਲ ਸੇਮ ਦਾ ਸੀਗਾ ਤੇ ਤੁਹਾਡਾ? ਪਾਪਾ ਦਾ ਤੇ ਮੇਰਾ। ਅੱਛਾ। ਤੇ ਮੈਨੂੰ ਕਹਿੰਦੇ ਕਿ ਮੈਂ ਨਾ ਤੇਰਾ ਕੋਟ ਗਰਮ ਹੈ, ਨਵਾਂ ਹੈ, ਤੇ ਮੈਂ ਇਹ ਵਾਲਾ ਕੋਟ ਪਾ ਕੇ ਜਾਣਾ। ਮੈਂ ਕੋਟ ਤੋਂ ਪਛਾਣ ਆਈ ਹੈ ਮੈਨੂੰ, ਕਿਉਂਕਿ ਐਕਚੁਅਲੀ ਗੋਲੀ ਵੱਜੀ ਸੀ ਉਹਨਾਂ ਦੇ ਅੱਖ ਤੋਂ ਤੇ ਮੂੰਹ ਦਾ ਸੁੱਜ ਗਿਆ ਸੀਗਾ, ਪਤਾ ਹੀ ਨਹੀਂ ਲੱਗਿਆ ਉਦੋਂ ਦੀ ਵੀ ਕੀ ਸੀ। ਕਿਉਂਕਿ ਇੱਕ ਵਾਰੀ ਤਾਂ ਜਦੋਂ ਇੰਨੀਆਂ ਸਾਰੀਆਂ ਲਾਸ਼ਾਂ ਵੇਖ ਕੇ ਮੈਂ ਤਾਂ ਆਪ ਘਬਰਾ ਗਿਆ ਵੀ ਇੰਨੇ ਬੰਦਿਆਂ ਦੇ ਵਿੱਚ ਵੀ, ਕਿਉਂਕਿ ਮੈਂ ਤਾਂ ਸਾਰਾ ਅਜੇ 19-20 ਸਾਲ ਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਕੁਝ ਵੀ ਇਹਨਾਂ ਬਾਰੇ। ਤੇ ਜਦੋਂ ਮੈਂ ਉੱਥੇ ਗਿਆ ਮੈਂ ਤਾਂ ਆਪ ਘਬਰਾ ਗਿਆ ਵੀ ਆਹ ਕੀ ਗੱਲ ਹੋਈ, ਇੰਨੇ ਲੋਕੀ ਚੀਕ ਝਾੜਾ ਮਚਿਆ ਹੋਇਆ ਉੱਥੇ। ਤੇ ਪਹਿਲੇ ਤਾਂ ਮੈਂ ਨਿਕਲ ਗਿਆ ਸਿੱਧਾ ਹੀ। ਅੱਛਾ, ਵੇਖਦੇ ਅੱਗੋਂ ਨਿਕਲ ਗਿਆ ਮੈਂ। ਤੁਹਾਨੂੰ ਵਿਸ਼ਵਾਸ ਨਹੀਂ ਆ ਰਿਹਾ? ਮੈਨੂੰ ਵਿਸ਼ਵਾਸ ਹੀ ਨਹੀਂ ਆਇਆ ਵੀ ਹੋ ਨਹੀਂ ਸਕਦਾ ਇਹਦੇ ਵਿੱਚ ਕੋਈ ਵੀ। ਜਦੋਂ ਮੈਂ ਵਾਪਸੀ ਫਿਰ ਦੁਬਾਰਾ ਇੱਕ ਵਾਰੀ ਵਾਪਸੀ ਗੇੜਾ ਜਦੋਂ ਮਾਰਿਆ ਤੇ ਕੋਟ ਤੋਂ ਪਹਿਚਾਣੀ ਮੈਨੂੰ ਆਇਆ। 4 ਲਾਈਨਾਂ ਲੱਗੀਆਂ ਹੋਈ ਸੀ ਲਾਸ਼ਾਂ ਦੀਆਂ। ਉਹ ਤਾਂ ਕਾਫੀ ਦੁੱਖ ਦਾ ਪਲ ਸੀਗਾ ਜੀ। ਉਹ ਤਾਂ ਜਦੋਂ ਮੈਂ ਵੇਖ ਕੇ ਮੈਂ ਉੱਥੇ ਖੜ ਗਿਆ, ਮਤਲਬ ਕੋਟ ਵੇਖ ਕੇ ਖੜ ਗਿਆ ਮੈਂ, ਤੇ ਮੇਰਾ ਉੱਥੇ ਰੋਣਾ ਨਿਕਲ ਗਿਆ ਉੱਥੇ, ਕਿਉਂਕਿ ਵੀ ਸੀਗਾ। ਫਿਰ ਮਾਮੇ ਦਾ ਮੁੰਡਾ ਕਹਿੰਦਾ ਵੀ ਕੀ ਗੱਲ ਹੋ ਗਈ, ਰੋ ਕੇ ਰਿਹਾ, ਕੀ ਹੋਇਆ? ਕਹਿੰਦੇ ਇਹ ਨਹੀਂ ਹੋ ਸਕਦੀ, ਕਿਉਂਕਿ ਮੂੰਹ ਕਾਫੀ ਸੁੱਜਿਆ ਹੋਇਆ ਸੀ ਕਾਫੀ। ਅੱਛਾ, ਚਿਹਰੇ ਤੋਂ ਤੁਹਾਨੂੰ ਪਛਾਣ ਹੀ ਨਹੀਂ ਆ ਰਹੀ? ਤੁਹਾਨੂੰ ਵੀ ਨਹੀਂ ਹੋ ਰਹੀ ਸੀਗੀ? ਬਿਲਕੁਲ ਨਹੀਂ ਹੋ ਰਹੀ ਸੀ, ਕਿਸੇ ਨੂੰ ਵੀ ਨਹੀਂ ਹੋ ਰਹੀ ਸੀ ਚਿਹਰੇ ਤੋਂ ਪਛਾਣ। ਤੇ ਉਹ ਕੋਟ ਤੋਂ ਪਹਿਚਾਣ ਹੋਈ। ਫਿਰ ਉਹਨਾਂ ਨੇ ਦੁਬਾਰਾ ਚੰਗੀ ਤਰ੍ਹਾਂ ਜਦੋਂ ਵੇਖਿਆ ਜੇਬ ਚੋਂ ਕਾਗਜ਼ ਵਗੈਰਾ ਉਹਨਾਂ ਦਾ, ਮੈਂ ਕਿਹਾ ਵੀ ਇਹਨਾਂ ਦਾ ਸਮਾਨ ਦਿਖਾਓ। ਸਮਾਨ ਦੇਖਿਆ, ਉਹ ਸਮਾਨ ਦੇ ਡਾਕੂਮੈਂਟ ਸਾਰੇ ਸੀਗੇ। ਫਿਰ ਆਪਦੇ ਉਹ ਤੋਂ ਪਹਿਚਾਣ ਹੋਈ। ਕੋਟ ਤੋਂ ਤੇ ਕਾਗਜ਼ ਜਿਹੜੇ ਜੇਬ ਦੇ ਵਿੱਚ ਮਿਲੇ, ਉੱਥੋਂ ਪਤਾ ਲੱਗਿਆ ਸੀਗਾ ਕਿ ਤੇ ਤੁਹਾਡੇ ਫਾਦਰ ਨੇ? ਜੀ ਬਿਲਕੁਲ। ਕਾਫੀ ਦੁਖਦ ਪਹਿਲੂ ਸੀਗਾ ਤੁਹਾਡੇ ਵਾਸਤੇ, ਆਪਣੇ ਆਪ ਨੂੰ ਸੰਭਾਲਣਾ ਬੜਾ ਮੁਸ਼ਕਿਲ ਸੀਗਾ ਉਸ ਟਾਈਮ? ਮੈਨੂੰ ਤਾਂ ਇਸ ਚੀਜ਼ ਨੂੰ ਤੁਸੀਂ, ਆਂਟੀ ਵੀ ਕਹਿੰਦੇ ਆ ਕਿ ਵੀ ਮੇਰੇ ਵੱਡੇ ਬੇਟੇ ਤੇ ਨਾਜ਼ ਹੈ, ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲਿਆ ਤੇ ਉਸ ਦੁੱਖ ਵਾਲੇ ਪਲ ਤੋਂ ਤੁਸੀਂ ਉੱਭਰੇ ਹੋ, ਤੁਹਾਡਾ ਪਰਿਵਾਰ ਉੱਭਰਿਆ। ਜਦੋਂ ਇੱਕ ਬੱਚਾ ਛੋਟਾ ਹੁੰਦਾ ਨਾ, ਉਹਨੂੰ ਪਿਓ ਦਾ ਅਸਰ ਬੜਾ ਹੁੰਦਾ। ਬਿਲਕੁਲ। ਹੌਸਲਾ ਰੱਖਣਾ ਹੈ, ਆਪਣੇ ਆਪ ਨੂੰ ਸੰਭਾਲਣਾ ਹੈ, ਪਰਿਵਾਰ ਨੂੰ ਵੀ ਸੰਭਾਲਣਾ ਹੈ। ਸਾਡਾ ਮਕਸਦ ਬੇਸਿਕਲੀ ਦੁੱਖ ਨੂੰ ਕੁਰੇਦਣਾ ਨਹੀਂ ਹੈ, ਉਸ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਕਿ ਕਿਹੜੇ ਲੋਕੀ ਜਿਹੜੇ ਉਸ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਸੀਗੇ। ਫਿਰੋਜ਼ਪੁਰ ਦੇ ਘੱਟੋ ਘੱਟ 15 ਤੋਂ 20 ਲੋਕ ਸੀ ਜਿਹੜੇ ਕਿ ਸ਼ਿਕਾਰ ਹੋਏ ਸੀ ਇਸ ਹਾਦਸੇ ਦੇ। ਅੱਛਾ, 15 ਤੋਂ 20 ਲੋਕ ਪਰਿਵਾਰ ਜਿਹੜੇ ਸੀਗੇ ਫਿਰੋਜ਼ਪੁਰ ਦੇ ਸੀਗੇ ਜੀ। ਸ਼ਹਿਰ ਵੀ ਸੀਗੇ 4-5 ਜੀ। 4-5 ਦਾ ਸ਼ਹਿਰ ਸਾਡੇ ਕੋਲ ਹੈ ਆંકੜਾ ਜੀ ਸ਼ਹਿਰ ਦੇ, ਕੈਂਟ ਦੇ ਬਿਲਕੁਲ ਸੀਗੇ। ਕਿਉਂਕਿ ਉਸ ਦਿਨ ਜਿਹੜਾ ਜਦੋਂ ਸੰਸਕਾਰ ਅਸੀਂ ਕੀਤਾ, ਜਿਸ ਦਿਨ ਉਸ ਦਿਨ ਸੰਸਕਾਰ ਕਿਸ ਦਿਨ ਕੀਤਾ ਹੈ ਜੀ ਤੁਸੀਂ? ਫਿਰ 26 ਤਰੀਕ ਨੂੰ ਕੀਤਾ, ਉਸੇ ਦਿਨ 27 ਤਰੀਕ ਨੂੰ। 27 ਤਰੀਕ ਨੂੰ ਤੇ ਸੰਸਕਾਰ। 27 ਨੂੰ ਉਹ ਕਹਿੰਦੇ 26 ਤਰੀਕ ਨੂੰ ਜਿਨ੍ਹਾਂ ਦੀ ਹੋਈ ਸੀ ਉਸ ਹਾਦਸੇ ਡੈਥ 5-6 ਪਹਿਲਾਂ
ਕਰ ਗਏ ਸੰਸਕਾਰ। ਅੱਛਾ ਜੀ। ਕੁਛ ਮੈਨੂੰ ਰੇਲਵੇ ਤੋਂ ਪਤਾ ਲੱਗਿਆ, ਜਿਵੇਂ ਰੇਲਵੇ ਦੇ 4-5 ਲੋਕ ਰੇਲਵੇ ਦੇ ਸੀਗੇ ਬੰਦੇ, ਜਿਨ੍ਹਾਂ ਮੈਨੂੰ ਦੱਸਿਆ, ਜਿਨ੍ਹਾਂ ਨੇ ਠੇਕੇਦਾਰੀ ਸੀ, 2 ਤਾਂ ਇਹਨਾਂ ਨਾਲ ਹੀ ਡੈਥ ਹੋਈ ਸੀ ਉਹਨਾਂ ਦੀ, 1-2 ਬਚੇ ਵੀ ਹੈ ਲੋਕੀ। ਉਹ ਹਾਦਸਾ ਕਿਹਦੇ ਵੱਲੋਂ ਹੋਇਆ ਸੀਗਾ? ਉਹ ਹਾਦਸੇ ਦਾ ਮਾਸਟਰਮਾਈਂਡ ਯਾਨੀ ਕਿ ਕੌਣ ਸੀਗਾ? ਕਿੰਨੇ ਉਹ ਹਾਦਸਾ ਕਰਵਾਇਆ ਸੀਗਾ ਪੰਜਾਬ ਦੇ ਵਿੱਚ? ਅੱਤਵਾਦੀਆਂ ਦਾ ਜਿਹੜਾ ਉਦੋਂ ਜ਼ੋਰ ਬਹੁਤ ਸੀਗਾ, ਅੱਤਵਾਦੀਆਂ ਦਾ ਬਹੁਤ ਜ਼ਿਆਦਾ ਜ਼ੋਰ ਸੀ। ਔਰ ਐਵੇਂ ਬੇਕਸੂਰ ਨੂੰ ਮਾਰ ਕੇ, ਇਹਨਾਂ ਨੂੰ ਵੀ ਮਿਲਿਆ ਤਾਂ ਕੁਛ ਵੀ ਨਹੀਂ, ਇਹਨਾਂ ਨੂੰ ਵੀ ਜੀ ਜੀ ਮਿਲਿਆ ਕੁਛ ਨਹੀਂ, ਐਵੇਂ ਲੋਕਾਂ ਨੂੰ ਮਾਰਿਆ ਇਹਨਾਂ ਨੇ ਕਿ ਇਹਨਾਂ ਨੂੰ। ਪਰ ਜਿਹੜੀ ਮੇਨ ਜਿਹੜੀ ਚੀਜ਼ ਹੈ ਨਾ, ਜਿਹੜੀ ਇਹਨਾਂ ਨੇ ਲੋਕਾਂ ਨੇ ਬਹੁਤ ਗਲਤ ਕੀਤਾ ਸਾਰਿਆਂ ਨਾਲ। ਔਰ ਸਰਕਾਰ ਵੀ ਉਦੋਂ, ਜਦੋਂ ਇਸ ਤੋਂ ਇਹ ਲਾਸਟ ਹਾਦਸਾ ਸੀ 1991 ਸ਼ਾਇਦ, ਜਦੋਂ ਮੇਰਾ ਖਿਆਲ ਹੈ ਇਸ ਤੋਂ ਬਾਅਦ ਕੋਈ ਕਾਂਡ ਵੀ ਨਹੀਂ ਹੋਇਆ ਵੱਡਾ ਜੀ। ਜਾਂ 1984 ਤੋਂ ਲੈ ਕੇ 1991 ਤੱਕ ਜਿਹੜਾ ਪੰਜਾਬ ਨੇ ਝੇਲਿਆ, ਉਹ ਬਹੁਤ ਬਹੁਤ ਖਤਰਨਾਕ ਸੀਗਾ। ਜਿੰਦਾ ਕੋਈ ਘਰ ਦਾ ਜੀ ਜਾਂਦਾ ਨਾ, ਪਤਾ ਉਹਨੂੰ ਹੁੰਦਾ ਵੀ ਕੀ ਗਿਆ ਸਾਡੇ ਨਾਲ। ਕੀ ਇਸ ਟ੍ਰੇਨ ਹਾਦਸੇ ਵਿੱਚ ਹਿੰਦੂ ਪਰਿਵਾਰਾਂ ਨੂੰ ਹੀ ਟਾਰਗੇਟ ਕੀਤਾ ਗਿਆ ਸੀਗਾ ਕਿ ਸਾਰੇ ਇਕੱਲੇ ਹਿੰਦੂ ਪਰਿਵਾਰ? ਦੇਖੋ, ਤੁਸੀਂ 19-20 ਸਾਲ ਦੇ ਸੀਗੇ, ਤੁਸੀਂ ਮੈਚੁਰ ਸੀਗੇ, ਕੀ ਜਿਹੜਾ ਟਾਰਗੇਟ ਸੀਗਾ ਹਿੰਦੂ ਪਰਿਵਾਰਾਂ ਨੂੰ ਸੀਗਾ ਕਿ ਉਸ ਗੋਲੀकांड ਦੇ ਵਿੱਚ ਸਾਰੇ ਹੀ? ਇਕੱਲਾ ਹਿੰਦੂ ਪਰਿਵਾਰ ਸੀ ਸਾਰਾ। ਅੱਛਾ। ਇਹਨਾਂ ਨੇ ਚੁਣ ਕੇ ਮਾਰੇ ਆ ਬੰਦੇ ਸਾਰੇ। ਅੱਛਾ। ਇਹਨੇ ਚੁਣ ਕੇ ਮਾਰੇ ਬੰਦੇ, ਔਰ ਕਰੀਬਨ ਸਾਰੇ ਹਿੰਦੂ ਪਰਿਵਾਰ ਸੀਗਾ, ਕੋਈ ਹੋਰ ਬੰਦਾ ਨਹੀਂ ਸੀ। ਗੌਰਮੈਂਟ ਨੇ ਮਤਲਬ ਠੀਕ ਹੈ, ਉਦੋਂ ਸਾਰੇ ਰੱਲੇ ਹੋਣੇ, ਕੋਈ ਬੇਕਸੂਰ, ਇਹਨਾਂ ਨੇ ਵੀ, ਪੁਲਿਸ ਵਾਲਿਆਂ ਨੇ ਵੀ ਮਾਰੇ ਹੋਣੇ, ਪਰ ਇਹਨਾਂ ਨੇ ਜੋ ਵੀ ਹੋਇਆ ਪੰਜਾਬ ਦੇ ਵਿੱਚ ਬਹੁਤ ਗਲਤ ਹੋਇਆ। ਇਹ ਜਿਨ੍ਹਾਂ ਦੇ ਛੋਟੇ ਬੱਚੇ ਹਜੇ, ਚਲੋ ਅਸੀਂ ਤਾਂ ਚਲੋ ਮਾੜੇ ਮੋਟੇ, ਚਲੋ 19-20 ਸਾਲ ਦਾ ਸੀ, ਸਾਡੇ 4 ਨਾਲ ਸੀਗੇ, ਸਾਡੇ ਕੋਲ ਸ਼ੌਪ ਸੀਗੀ, ਜਿਨ੍ਹਾਂ ਕੋਲ ਉਹਨਾਂ ਨੂੰ ਪੁੱਛੋ ਜਿਹੜੇ ਜੌਬ ਕਰਦੇ ਸੀ ਵਿਚਾਰੇ, ਜਿਨ੍ਹਾਂ ਦਾ ਨਵਾਂ ਵਿਆਹ ਹੋਇਆ, ਉਹਨਾਂ ਦਾ ਕੀ ਹਾਲ ਹੋਇਆ ਨਾ। ਗੌਰਮੈਂਟ ਨੇ ਕੀ ਕੀਤਾ ਉਹਨਾਂ ਲਈ? ਕਿਸੇ ਲਈ ਕੁਛ ਨਹੀਂ ਕੀਤਾ ਗੌਰਮੈਂਟ ਨੇ ਅੱਜ ਤੱਕ ਵੀ। ਉਦੋਂ ਦੀ ਸਰਕਾਰ ਦੇ ਖਿਲਾਫ ਤੁਹਾਨੂੰ ਨਾਰਾਜ਼ਗੀ, ਕਿ ਅੱਜ ਦੀ ਸਰਕਾਰ ਦੇ ਖਿਲਾਫ ਨਾਰਾਜ਼ਗੀ ਹੈ ਤੁਹਾਨੂੰ? ਉਦੋਂ ਦੀ ਸਰਕਾਰ ਦੇ ਖਿਲਾਫ ਤਾਂ ਨਾਰਾਜ਼ਗੀ ਹੈਗੀ ਹੈ। ਉਹ ਤਾਂ ਜਿਹੜੇ 5 ਸਾਲ ਜਿਹੜੇ ਇਹਨਾਂ ਨੇ ਉਹ ਸਰਕਾਰ ਸੀਗੀ, ਉਦੋਂ ਤਾਂ ਇਹਨਾਂ ਨੇ ਆਪ ਹੀ ਖੁਦ ਹੀ ਗੰਦ ਪਾਇਆ ਸਾਰੀ ਸਰਕਾਰਾਂ ਨੇ। ਇਹਨਾਂ ਦੀ ਸ਼ਹਿ ਤੇ ਹੀ ਸਾਰੇ ਕੰਮ ਹੋਇਆ, ਅਦਰਵਾਈਜ਼ ਇਹ ਕੰਮ ਮਿੰਟ 'ਚ ਰੁਕ ਸਕਦਾ ਸੀਗਾ। ਇਹਨਾਂ ਨੇ ਸਿਰਫ ਆਪਣੇ ਵਾਸਤੇ, ਆਪਣੀ ਪੋਲਿਟਿਕਸ ਚਮਕਾਉਣ ਵਾਸਤੇ ਇਹਨਾਂ ਨੇ ਇਹ ਕਾਂਡ ਕਰਵਾਏ ਸਾਰੇ, ਜੋ ਵੀ ਕਰਵਾਏ। ਅੱਛਾ, ਤੁਸੀਂ ਮੰਨਦੇ ਹੋ ਕਿ ਤੁਹਾਡਾ ਕਹਿਣਾ ਇਹ ਹੈ ਕਿ ਸਰਕਾਰ ਦੀ ਸ਼ਹਿ ਤੇ ਬਿਲਕੁਲ ਸਾਰੇ ਕੰਮ, ਬਿਲਕੁਲ ਇਹ ਹਿੰਦੂਆਂ ਦੇ ਕਾਂਡ ਹੋਏ ਜਿਹੜੇ ਸਾਰੇ ਹੋਏ, ਸਰਕਾਰ ਦੇ, ਬਿਲਕੁਲ ਸਰਕਾਰ ਦੀ ਸ਼ਹਿ ਤੇ ਹੋਏ, ਸਰਕਾਰ ਦੀ ਫੇਲਿਅਰ ਕਰਕੇ, ਬਿਲਕੁਲ ਫੇਲ ਸਰਕਾਰ ਸੀ। ਤੁਹਾਨੂੰ ਰੇਲਵੇ ਵੱਲੋਂ ਕੋਈ ਨੌਕਰੀ ਵਗੈਰਾ ਨਹੀਂ ਦਿੱਤੀ ਗਈ ਕਦੇ? ਰੇਲਵੇ ਨੇ ਤੁਹਾਨੂੰ, ਰੇਲਵੇ ਦੇ ਆਫੀਸਰ ਨੇ ਤੁਹਾਡੇ ਨਾਲ ਸੰਪਰਕ ਤਾਂ ਨਹੀਂ ਕੀਤਾ? ਨਾ ਤੁਹਾਡੇ ਮਦਰ ਨੂੰ, ਨਾ ਤੁਹਾਡੇ ਪਰਿਵਾਰ ਚ ਕਿਸੇ ਨੂੰ? ਪੰਜਾਬ ਗਵਰਨਮੈਂਟ ਨੇ ਵੀ ਤੁਹਾਨੂੰ ਨੌਕਰੀ ਵਾਸਤੇ ਨਾ? ਹਾਂ, ਪੈਸੇ ਜ਼ਰੂਰ ਇਹਨਾਂ ਨੇ ਮੇਰੇ ਕੋਲ 10-50 ਦਿੱਤੇ ਹੋਣੇ, ਮੈਨੂੰ ਉਹ ਨਹੀਂ ਪਤਾ, ਉਸ ਦਾ ਯਾਦ ਨਹੀਂ ਮੈਨੂੰ। ਕੋਈ ਤੁਹਾਡਾ ਇਸ ਕਾਂਡ ਦੇ ਵਿੱਚ, ਜੇ ਤੁਸੀਂ ਸਰਕਾਰ ਨੂੰ ਜਾਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਤੁਹਾਡੇ ਤੇ ਬੀਤੀ ਹੈ? ਦੇਖੋ ਜੀ, ਮੈਸੇਜ ਮੇਰਾ ਇਹੀ ਹੈ ਸਿਰਫ ਕਿ ਇਹ ਜਿਹੜੇ ਪੋਲਿਟਿਕਸ ਹੈ ਬਹੁਤ ਗੰਦੀ ਚੀਜ਼ ਹੈ, ਬਹੁਤ ਗੰਦੀ ਹੈ। ਇਹਨਾਂ ਨੇ ਆਪਣੇ ਫਾਇਦੇ ਵਾਸਤੇ ਲੋਕਾਂ ਨੂੰ ਮਰਵਾਉਣਾ। ਇਹਨਾਂ ਨੇ ਜਿੱਥੇ ਇਹਨਾਂ ਨੂੰ ਆਪਣਾ ਫਾਇਦਾ ਦਿਖੇ, ਇਹਨਾਂ ਨੇ ਤਾਂ ਮਿੰਟ 'ਚ ਬਦਲ ਜਾਣੀ ਕੁਰਸੀ, ਮਿੰਟ 'ਚ ਬਦਲ ਦੇਣੀ ਇਹਨਾਂ ਨੇ। ਇਹ ਆਪਣਾ ਫਾਇਦਾ ਹੀ ਸੋਚਦੇ, ਇਹਨਾਂ ਨੇ ਲੋਕਾਂ ਦਾ ਇਹਨਾਂ ਨੂੰ ਕੋਈ ਫਾਇਦਾ ਨਹੀਂ ਸੋਚਦੇ। ਨਾ ਹੀ ਇਹਨਾਂ ਨੇ ਕਦੀ ਸੋਚਿਆ ਤੇ ਨਾ ਹੀ ਅੱਜ ਸੋਚਣਾ। ਅੱਜ ਵੀ ਇਹੀ ਹਾਲ ਹੀ ਹੈ। ਇਹਨਾਂ ਨੂੰ ਸਿਰਫ ਆਪਣਾ ਫਾਇਦਾ ਚਾਹੀਦਾ, ਆਪਣੀ ਵੋਟਾਂ ਚਾਹੀਦੀਆਂ ਇਹਨਾਂ ਨੂੰ। ਹੋਰ ਇਹ ਕਿਸੇ ਦੇ ਵੀ ਮਿੱਤ ਨਹੀਂ ਹੈਗੇ ਪੱਕੇ ਆਪਣੇ ਚੱਕੇ। ਇਹਨਾਂ ਨੂੰ ਸਿਰਫ ਆਪਣੀ ਵੋਟਾਂ ਨਾਲ ਮਤਲਬ ਹੈ। ਔਰ ਉਦੋਂ ਜਿਹੜੇ ਵੀ ਜਿਨ੍ਹਾਂ ਨਾਲ ਇਹ ਹਾਦਸੇ ਹੋਏ ਆ, ਜਿਨ੍ਹਾਂ ਨੇ ਆਪਣੇ ਘਰ ਪਰਿਵਾਰ, ਬੱਚੇ ਜਿਨ੍ਹਾਂ ਨੇ ਗਵਾਏ ਹੈ, ਉਹਨਾਂ ਨੇ ਕਿੰਨੇ ਦੁੱਖ ਸਹਿ ਕੇ ਗਵਾਏ ਹੋਣੇ। ਇਹ ਗੌਰਮੈਂਟ ਨਾ ਹੀ ਕਦੀ ਸੋਚ ਸਕਦੀ ਹੈ। ਇਹਨਾਂ ਦਾ ਆਪਦਾ ਕੋਈ ਮਰਿਆ ਹੋਵੇ ਤੇ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਕੀ ਹੁੰਦਾ ਕਿਸੇ ਦਾ ਘਰ ਦਾ ਜੀ ਜਾਣਾ। ਇਹ ਜਦੋਂ ਕਿਸੇ ਦੇ ਬੀਤਦੀ ਹੈ, ਇਹਨਾਂ ਤੇ ਖੁਦ ਦੇ ਬੀਤੇਗੀ ਤੇ ਇਹਨਾਂ ਨੂੰ ਪਤਾ ਲੱਗਦਾ ਤਾਂ ਇਹਨਾਂ ਨੂੰ। ਅਦਰਵਾਈਜ਼ ਇਹ ਕਿਸੇ ਕੰਮ ਦੇ ਨਹੀਂ, ਸਾਰੇ ਹੀ ਫੇਲਰ ਹੈ, ਗਵਰਨਮੈਂਟ ਫੇਲਰ ਹੈ ਸਾਰੇ। 35 ਸਾਲ ਦੀ ਨਾਰਾਜ਼ਗੀ ਤੁਹਾਨੂੰ ਅੱਜ ਵੀ ਬਰਕਰਾਰ ਹੈ? ਬਿਲਕੁਲ ਅੱਜ ਵੀ ਬਰਕਰਾਰ ਹੈ ਸਰਕਾਰ ਦੇ ਪ੍ਰਤੀ, ਤੇ ਬਿਲਕੁਲ ਅੱਜ ਵੀ ਬਰਕਰਾਰ ਹੈ।
धन्यवाद सर। कुछ लोग घटनाओं को इतिहास में पढ़ते हैं और कुछ लोग इतिहास को अपनी आंखों से देखते हैं। हम बात कर रहे हैं सोइयां ट्रेन हादसे में ऐसे शख्स की जो मौत को मात देकर आज हमारे साथ मौजूद हैं। हम स्वागत कर रहे हैं अशोक कुमार शर्मा जी का। स्वागत है शर्मा जी आपका। शर्मा जी, आप ये बताइए, उस जिस दिन ये सोइयां ट्रेन हादसा हुआ है, आप कहाँ से आ रहे थे? मैं लुधियाना से आ रहा था। उस ट्रेन में लुधियाना से ट्रेन में लुधियाना से आ रहा था। लुधियाना किसी काम से फिरोजपुर से गए थे कि वहीं रहते थे आप? नहीं, मैं डेली अप एंड डाउन करता था जी तो उस दिन भी हमारी छुट्टियां चल रही थी जी दिसंबर की छुट्टियां होती हैं लास्ट वीक में जी। तो एक दिन पहले मदर को छोड़ के गया था मैं लुधियाने। मदर थी मेरी वहाँ पे। उसको 25 दिसंबर को मैं मदर को छोड़ के गया था जी। 26 की सुबह को मुझे काम की वजह से फिर लुधियाना जाना पड़ गया। अच्छा। तो शाम को फिर मैं वापसी हुई जी। तो शाम को फिर ये इंसिडेंट हो गया मेरे साथ। किस तरह क्या इंसिडेंट हुआ था? आप उस कौन सी ट्रेन में आप मौजूद थे? थोड़ा सा जानकारी विस्तृत कीजिए। देखो जी, पैसेंजर ट्रेन थी जी। ठीक है, हर स्टेशन लुधियाना से फिरोजपुर आने वाली फिरोजपुर, लुधियाना टू फिरोजपुर। जी जी जी। तो उस दिन ट्रेन भी मेरे ख्याल से आधा घंटा लेट थी। और उस दिन मतलब बड़ा अजीब सा मन में भी ऐसा हो रहा था जैसे पता नहीं अजीब सा वातावरण मुझे लग रहा था जैसे कुछ होने वाला है। बट जो भी था डेली रूटीन था। ट्रेन आई, हम बैठ गए बस। आप बता रहे हो कि आपको पहले अनुभव हो गया था ट्रेन का, मतलब कुछ ना कुछ होने वाला है, अनहोनी होने वाली है। हाँ, कुछ मन को ऐसे लग रहा था। लेकिन ये अनहोनी हकीकत में कब बदली? आपको कब पता लगा? ये कितने बजे का वाकया था और किस जगह पर यह हादसा हुआ है? एग्जैक्टली ऐसा है कि भी जिस बर्थ में मैं बैठा हुआ था वहाँ पे तकरीबन तीन कांस्टेबल जी। और 3 ही होमगार्ड के जवान, पुलिस के कांस्टेबल, पंजाब पुलिस जी। कांस्टेबल जी जी। ते 3 होमगार्ड वर्दी में थे? जी जी। प्लस एक हवलदार था। अच्छा जी। वो सिंगल सीट पे बैठा हुआ था। तो आकर जहाँ मैं बैठा हुआ था वो आके वहीं पे ही बैठ गए सारे। तो सब कुछ ठीक ठाक चल रहा था। किसी को मतलब ये था ही नहीं कि कोई भी वाकया होने वाला है। बट जब आपका ये ट्रेन रुकी है चौकी मान, तो कुछ पैसेंजर उतर गए हैं, कुछ चढ़ गए हैं जी। कोई प्रॉब्लम नहीं। तो एक मतलब सस्पेक्टेड आदमी लग रहा था जो आपने देखा? जो मेरे बिल्कुल सामने आके बैठा। अच्छा, आके बैठ गए जी। हाँ, तो उन पुलिस वालों के साथ ही बैठ गया, कोई ऐसा चक्कर नहीं था। बस चौकी मान से ट्रेन चली है, मतलब यही कोई चौकी मान से जगरांव का ट्रेन का रास्ता है सिर्फ 10 मिनट का जी। 10 या 12 मिनट लगते हैं, इससे ऊपर टाइम नहीं लगता। जी जी। चौकी मान से अगला स्टेशन जगरांव का होता है। हाँ जी। तो बस ट्रेन चली है और वो उठ के खड़ा हो गया। वो शख्स अननोन जो पर्सन थे जी, उनके हाथ में कोई ऐसी? बस उसने वो हाथ में उसने पिस्टल निकाली है, रिवॉल्वर निकाली है। नहीं, उससे पहले जब वो बैठे थे उसके हाथ में कोई ऐसा कोई सामान नजर नहीं आया, कुछ नहीं उसने, क्योंकि उसने बुक्कल मार रखी थी, लोई थी की ना? लोई की हाँ। बुक्कल मारी। हाँ हाँ जी जी जी। बस उसने फिर खड़ा हो गया, लोई उसने उतार के रखी और सबसे पहले उसने जितने पुलिस वाले थे अच्छा। सभी मेरी आंखों के सामने मार दी। आपकी आंखों के सामने सभी पुलिस वालों को गोलियां मार दी? हाँ, हमें ये बोला गया कि जी आप को हम कुछ नहीं कहेंगे, हम तो पुलिस वालों से मार रहे हैं। जब पुलिस वालों को मार दिया तो उसके बाद
हमारा नंबर शुरू कर दिया उन्होंने। अच्छा, पहले उन्होंने आप लोगों से ये बोला कि भी आपको कुछ नहीं कहेंगे, कुछ नहीं हमारी कहेंगे दुश्मनी हम तो, पुलिस वालों हाँ से, हाँ, बस 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 बस, हम इनको मारना चाहते हैं। हाँ। तो पुलिस वालों के भी, अगर हम 1991 की बात करें, उस दौर में पुलिस के पास भी हथियार होते, तो क्या उन्होंने उनको नहीं, खतरे को भांप के उन्होंने दोबारा अटैक नहीं किया उन पर? बिल्कुल नहीं। अच्छा, बिल्कुल मौका ही नहीं मिला। मैं तो हैरान इसी बात से था कि भी किसी ने भी कोई मतलब कोई एक्शन नहीं पुलिस वालों ने लिया, चुप करके मर गए सारे। अकेले आदमी ने सबको मारा। अच्छा, उसके बाद क्या हुआ, इधर से एक और आदमी दौड़ा हुआ आया, उसने उसको कहा, जिसने हमें गोली मारी थी, उसने उसको कहा भी तू चेन पुल कर। जी, चेन पुल की स्टीम इंजन होते थे तब जी। तो ट्रेन रुक गई। उसके बाद क्या हुआ, वो फाटक पे वहां पे कोई टेम्पू खड़ा था जिसमें काफी टेररिस्ट थे। अच्छा, तो ये योजना पहले ही थी उनकी? बिल्कुल सोची समझी योजना थी। बिल्कुल बिल्कुल। बस उसके बाद जो था, हर बोगी के अंदर 2-2 3-3 चल गए, क्योंकि हमारे गोलियां चलने की, हमें तो मार चुके थे वो गोलियां, ठीक है ना, हमारे चलनी बंद हो गई और आगे पीछे सब गोलियों की आवाजें आ रही थी। इट मीन्स आगे पीछे भी काम चल रहा है। आपको गोली किस तरीके से लगी? सबके ही फेस पे मार रहे थे। अच्छा, सबके चेहरे पे गोलियां मारी? चेहरे पे मार रहे थे, सबके चेहरे पे मारी है। क्या ये गोलियां जो मारी जा रही थी धर्म के आधार पर मारी जा रही थी कि जो भी मिल रहा था उसको ही मारी जा रही थी? नहीं नहीं, ऐसा कुछ नहीं देखा मैंने, क्योंकि सब मिले जुले लोग थे। जी हाँ। तो आपके साथ जो हादसा हुआ, आपको क्या महसूस हुआ कि आपके गोली लग चुकी है? आपको कहाँ पर गोली लगी थी? मेरे चेहरे पे लगी थी 2 गोलियां। हाँ जी, चेहरे पे लगी थी? 2 मारी थी। थोड़ा विस्तार पूर्वक बताइए किस जगह पर, कैसे लगी थी? एक यहाँ लगी थी, एक यहाँ, दोनों दांत तोड़ के ऊपर फंस गई थी गोली मेरे। तालू में फंस गई? हाँ जी, हाँ जी। तो आप तो बहुत भाग्यशाली रहे कि आज हमारे साथ बात कर रहे हैं, उस हादसे के गवाह भी हैं। तो फिर बस वो बचाने वाला है, जो भी है, सब कुछ सुप्रीम पावर तो है ही, बिल्कुल है, बिल्कुल है। तो उन दिनों फोन का संपर्क नहीं होता था? बिल्कुल नहीं, उन दिनों मोबाइल नहीं होते थे। तो आप जब आपके गोली लगी उसके बाद आप बेहोश हुए, आप गिरे, कि आप किस तरीके से फिर आपका सर्वाइवल हुआ, किस तरीके से आप बचे? बचना क्या था जी, वो बस अपना काम करके, और यानी कि पोजीशन उस टाइम ऐसी थी कि वो बहुत ज्यादा जल्दी में थे जी, देरी नहीं कर रहे थे वो कुछ भी। आपने बताया जब ऑटो रिक्शा पे जब चेन पुल हुई है, ऑटो पे पहले ही काफी संख्या में थे। कोई टेम्पू था, ऑटो नहीं, टेम्पू में काफी सारे जो थे लोग, दहशतगर्द जो थे, जब वो ट्रेन के अलग अलग बोगियों में चढ़ गए थे, बिल्कुल चढ़ गए, उन्होंने सभी बोगियों में गोलियां चलाई। बिल्कुल, वहां के जो मौजूद थे बाहर उतारे हैं लोग, बाहर उतार के अच्छा, गोलियां मारी हैं। ट्रेन से लोगों को बाहर उतार कर भी गोलियां मारी गई। हाँ, एक बोगी के सभी लोग बच गए थे, क्यों? उसमें लाइट नहीं थी। अच्छा, एक के बचे हैं, एक के बचे हैं। हाँ, उसमें किसी को भी कुछ नहीं हुआ। अच्छा, क्योंकि उसमें लाइट गुप्ता, ये 7:15 7:30 का किस, अच्छा 7:15 और 7:30 का टाइम था। अंधेरा होने की वजह से पूरी की पूरी बोगी जो है वो बच गई। हाँ, उसमें जितने भी लोग थे सारे, उसमें लाइट थी नहीं, ट्रेन चलते ही उसमें लाइट ही नहीं थी। हाँ, वो सब बच गए। तो अप्रोक्सीमेटली अंदाजन उस हादसे में कितने लोगों के मारे गए थे और आपके मुताबिक, और कितने के लोग जख्मी हो गए? देखो जी, मेरे मुताबिक तो 100 से ऊपर आदमी मरा है। 100 से ऊपर बिल्कुल मरा होगा, बट सरकारी आंकड़े बहुत कम बताते हैं। हाँ जी। आपके हिसाब से 100 से देखो ना, जहाँ पे मुझे गोली मारी गई है, वहां 10 जितने थे, हम सब के सब साफ हो गए। अब तुम देखो ना, 6 इधर बैठे हैं, 2 सिंगल सीट पे बैठे हैं, वो सब साफ, कोई बचा ही नहीं उसमें से। आपके साथ भी कोई आपके जान पहचान के लोग थे, मौजूद थे वहां पर? नहीं, ऐसा कुछ नहीं। उस दिन ऐसा था, ट्रेन में रश ज्यादा था, और नहीं तो मैं अमूमन जगराओं के लड़कों के साथ बैठा करता था जी। वो ताश तूश खेलते थे, जरा टाइम पास हो जाता था। जी। तो जगराओं का मैक्सिमम तो जो मतलब लड़के मरे हैं, वो जगराओं के ज्यादा मरे हैं। अच्छा, जगराओं के तो मतलब कोई गली मोहल्ला ऐसा नहीं है जिसका नाम मरा हो।
फिरोजपुर ऐसा कोई शख्स था कि ये भी बताया जाता कि किसी शख्स ने आपको बोला था उनके रिश्तेदारों को वो फिरोजपुर तक पहुंचा दे, महफूज पहुंचा दे, शायद ऐसा हुआ। वो थोड़ा वो सा तो मॉडलग्राम विस्तार से स्टेशन, बताइए। हाँ, मॉडलग्राम स्टेशन पे मैं अकेला ही था जी। तो एक शख्स ने मुझे आवाज़ मारी, मैं उसको नहीं जानता था। अच्छा। तो मुझे वो कहने लगा, कहता है जी ये मेरी बहन है, सिस्टर है, तो आप जा रहे हो, ये जानती है आपको? मैंने कहा हाँ जी बिल्कुल जानती है जी। तो कहता आप जा रहे हो फिरोजपुर तो इसे ड्रॉप कर देना। फिरोजपुर। हाँ। तो वो मेरे साथ बैठ गई, बिल्कुल साथ मेरे साथ ही थी। आजू बाजू हमारे पुलिस वाले और होमगार्ड वाले बैठे थे। तो बस अभी चौकी मान ही, अभी हम पहुँचे नहीं थे चौकी मान, तो वो कहने लगी सर्दी उस दिन बहुत थी। अच्छा। क्योंकि 26 दिसंबर का दिन था, बहुत ठंड थी उस दिन, सर्दी थी। तो कहने लगी, कहती है जब मैं टाइम पे पहुंच गई तो मेरी सिस्टर ने जाना है दिल्ली, तो मैं उसको मिल लूँगी अगर मैं टाइम ये ट्रेन पे पहुंच गई तो। लेकिन उसको ऊपर वाले को कुछ और मंजूर था जी। जब मुझे गोलियां मारी तो उसको भी 2 गोलियां लगी साथ में। अच्छा, उनकी तो साथ ही डेथ होगी फिर? हाँ, जब मेरे को होश आया ना, तो जब मैंने पासा लिया, साइड ली है, तो देखा तो वो 2-3 पुलिस वालों के ऊपर ही ऐसे सीधी लेटी हुई थी। अच्छा। हाँ, मतलब डेथ हो गई थी। आपको लग रहा था कि भी ये मर चुकी है? हाँ। एक और लड़का था, मूंगा था कोई, बस्ती टैंका वाली का। जी। वो बेचारा गरीब आदमी को क्या होता है कि सामान बच जाए उसका। जब गोलियां चलनी बंद हो गई तो वो चलती ट्रेन से मेरे सामने उसने छाल मारी है। अच्छा, चलती ट्रेन से छलांग मार के छाल मार गया था। अब गोलियां चलनी बंद होगी, उसका सामान था ये रजाई के ऊपर के जो कवर होते हैं, रजाई के ऊपर वाले वो छाड़ कवर जिसको भी वो बोल लेके जा रहा था। अच्छा, उसका काम होगा। ऊपर रखे थे उसने। अच्छा जी। तो वो बेचारा आ गया, वो बैठे हुए पीछे बैठे हुए थे, पता नहीं किस लिए बैठे हुए थे जी। पूरा का पूरा मतलब मैगजीन खाली कर दी उसने, उस लड़के पर। सीएमसी लेके गए थे जब हमें, तो आपको सीएमसी कैसे लेके गए? आप ट्रेन से सीएमसी का बीच में जो गैप था, देखो जी, आपको होश था? वो इतना नहीं था जी। तो, लेकिन फिर भी ऐसा था कि भी वो मैंने पर्ची पे लिख के उसको फौजी को दे दी थी। वो बेचारा, फौजी कौन? बीएसएफ के लोग आए थे ना। अच्छा, उस टाइम रेस्क्यू के लिए पहुंच गए थे? हाँ, इस हादसे के बाद? हाँ जी। तो वो फौजी को उठा के मुझे रेल की लाइन दौड़ाए फाटक तक। आपको उठाकर? हाँ जी। अच्छा। फाटक पे जाके वहाँ पे उनकी पिकअप वैन थी, उसमें 3 लड़के और थे जो इंजर्ड थे, एक मैं था। हम चारों को उन्होंने लेके और फिर सीएमसी लेके गए हैं, क्योंकि कुछ को वो डीएमसी ले गए थे जी, कुछ को सीएमसी ले गए थे। आप सीएमसी गए? हाँ, मुझे सीएमसी ले आपको गए। होश था यानी कि? हाँ था, मतलब ये है कि बिल्कुल ही बेहोश नहीं कह सकते, लेकिन था। तो जब जो बीएसएफ के लोग आपको सीएमसी लेके गए, कोई उनसे बात भी हुई? हाँ हुई। क्या कह रहे थे वो बीएसएफ के लोग? वो कैप्टन था शायद, अगली सीट पे बैठा था ड्राइवर के साथ। वो मुझसे पूछने लगा, कहता भी तुम कहाँ के हो? जी। तो मैंने कहा मैं लुधियाना का हूँ। तो मुझे कहने लगा, कहता है नहीं है, कहता झूठ बोलते हो तुम। अच्छा, आपको कहते हैं कि झूठ बोलते हो? तुम झूठ बोलते हो जी। मैंने कहा जी मैं लुधियाना ही हूँ, लुधियाने का हूँ। कहता नहीं, कहता आप किसी बॉर्डर के इलाके के हो। अच्छा, फौजी साहब हमारे ये कहते हैं कि आप किसी बॉर्डर? हाँ जी। जी। तो कहता है यार इतना तेरे को चोटें लगी हुई हैं, इतना पता नहीं आधे घंटे बाद तुम्हारी डेथ हो जानी है। कहता है यार तुम फिर ऐसे इतने हौसले से बात कर रहे हो। तुम, कहता है जरूर किसी बॉर्डर के इलाके के हो। अच्छा। मैंने कहा हाँ मैं फिरोजपुर का हूँ। और कहता फिर तुम्हें कुछ नहीं होता। अच्छा, उन्होंने ये बोल कहता दिया तुम्हारा तो जन्म ही गोलियों की आवाज में होता है। तो ये आपकी और बीएसएफ के जो कैप्टन या जो भी थे सेना के, उनके बीच में आपकी बातचीत हुई? बिल्कुल। हम हादसे वाली जगह पर वापस आते हैं कि जब ये हादसा हुआ, गोलियां जब चलनी शुरू हुई,
लोगों को जो रेस्क्यू किया गया था वो कितने टाइम बाद, पुलिस का या सेना का रेस्क्यू कितने टाइम बाद किया गया था? देखो जी, टाइम ज़्यादा से ज़्यादा 15 या 20 मिनट उन्होंने, टेररिस्टों ने कार्रवाई की है। 15 मिनट ज़्यादा बता रहा हूँ, फिर भी मैं, इतना टाइम उनको लगा नहीं, अच्छा, क्योंकि सारे पास पास थे जिन जिनको उन्होंने करना था या गोलियां मारनी थी, कोई दूर तो था ही नहीं, सबको मारने थे। जैसे सब इकट्ठे भीड़ में जो भी जिस मर्जी को मार लो, क्या है, कुछ भी नहीं है। उसमें बच्चे भी शामिल थे? कोई बच्चों को भी लगी बिल्कुल गोलियां? नहीं। महिलाओं को? ना। लेडीज को आप जैसे बोल रहे लेडीज हो तो सिर्फ वो हमारे साथ जो थी, मेरे साथ थी जो, उसको लगी है। बाकी मैंने देखा इधर पिछली साइड में 2-3 बुजुर्ग बैठे हुए थे, उनको भी लगी गोली? और क्यों मैं बुजुर्ग इस करके कहूँगा, अब मैं बुजुर्ग हूँ, क्योंकि 34-35 साल तो हो गए इस वाक्य को। हाँ जी, हाँ जी, 35 साल तो हो गया इस वाक्य 35 साल को। हो गए जी। हाँ, तो बाकी बच्चा नहीं कोई था मेरे हिसाब से। अच्छा, 100 से ज्यादा लोग उस हादसे में मारे हाँ, गए बिल्कुल आपके हिसाब से? बिल्कुल हुए होंगे। और जख्मी कितने हुए होंगे जी? जख्मी मेरे हिसाब से तो जख्मी तो कम ही हुए होंगे, ज्यादा मरने वालों की संख्या क्योंकि ज्यादा। जब उन्होंने एम ही उनका था कि भी हैवी कैजुअलिटी करनी है, तो उसमें फिर वो जख्मी तो सिर्फ वो होता है जो भागता है। जब उन्होंने बैठे हुए को बड़े आराम से मारना है, तो फिर तो जख्मी का तो सवाल ही नहीं पैदा हो सकता है, ये होता है ना। आप सीएमसी जब पहुंचे हैं, आप अपने, क्योंकि उस टाइम सोशल मीडिया का युग नहीं था, फोन होते नहीं थे, हाँ हाँ। तो फिर आपको आपके परिवार वालों को मैसेज किस तरह से मिला? परिवार वालों को मैसेज क्या जी, हमारी सिस्टर की एक फ्रेंड है, ओके, तो उसने वहां से फोन किया। अच्छा जी। अब तुम कहोगे कि मेरे घर वालों को कैसे पता लग गया हमारी बहन को? हाँ जी। वो एक्चुअली ऐसा हुआ कि भी मेरे बहनोई खाना खा के और बाथरूम में हाथ धोने के लिए गए हैं। जब वो आए हैं तो न्यूज़ चल रही थी टीवी पे, यही वाली कि भी हैवी कैजुअलिटी इन फिरोजपुर, लुधियाना फिरोजपुर ट्रेन। वो घबरा गए एकदम से, कहते भी ऐसे ऐसे, उसमें तो अपना भी लड़का था। बस उन्होंने फिर फोन किया सारे ऑफिस के जितने थे, तो वहाँ से पता किया इन्होंने, तो वो कहने लगे जी डीएमसी में है। डीएमसी इन्होंने देखा, मुझे मैं नहीं मिला डीएमसी, क्योंकि बाहर लिस्टें लगा दी गई थी जो भी मरने वाले लोगों क्या है। अच्छा, जो डेड बॉडियाँ थी वो मुल्लापुर उन्होंने ले गए थे उठा के सारी, वहाँ पे लिटाई हुई थी, तो हमें ले गए थे सीएमसी। फिर ये रात को मेरे पास पहुँचे हैं, को 11-11:30 बजे, मेरा बहन और बहन हुई रात को। तो सीएमसी में कितने दिन बाद आप नॉर्मल हुए फिर? लगी गए थे जी 8-9 दिन। हाँ, 9 दिन रहा मैं। अच्छा, सीएमसी में 9 फिर दिन रहे। उन्होंने मेरा मुंह जो है ना सारा वायर से ना सी दिया था। अच्छा, हाँ जी जी। वो फिर 2 महीने, अब जब मुंह ही किसी का आप बंद कर दोगे वो खा तो सकता ही नहीं है, तो तकरीबन 2 महीने सिर्फ लिक्विड था जो मैं पी लेता था, बाकी कुछ नहीं। 2 महीने कुछ नहीं खाया था, सिर्फ लिक्विड ही पिया? बस दूध पी लो, चाय पी लो, पानी पी लो, बस। खाने वाली चीज़ तो भूख बहुत लगती थी, पर खाने वाली चीज़ तो खाने की मनाही थी ना, खा ही नहीं सकते थे, ना बोल सकते थे, तो मुंह ही जब बंद कर दिया तो। हादसा याद आता है कभी कभी? हादसा, घबराहट होती जब वो सीन में देखता हूँ ना, तो मतलब जिस सोचता हूँ उसके बारे में, तो मतलब ऐसा लग रहा था कि भी देखो ये कैसे मार रहे हैं यार इनको, मतलब ये है ही नहीं है कि ये यार किस, जो जल्लाद होता है ना फांसी पे चढ़ाता है जिसको, उसके आगे हाथ जोड़ता है कि भैया मुझे पता नहीं तू गुनाहगार है कि बेगुनाह है, इसलिए मुझे माफ कर दियो, मैं तो सरकार का नौकर हूँ। वो तो ऐसे मार रहे थे यार जैसे पता नहीं हमने उसका पता नहीं क्या कुछ बिगाड़ दिया। ये पंजाब को माहौल खराब करने की वजह से था, क्योंकि उन दिनों 1991 में
पंजाब के माहौल जो है, हालात बहुत ज़्यादा ख़राब हुआ करते थे, खराब हो गए थे। आतंकवाद अपनी चरम सीमा पर था। बिल्कुल बिल्कुल। तो हालात तो ऐसा था ना कि भी जो भी चल रहा था, इतना कुछ मतलब आप ये कहें कि भी बिल्कुल शांति कर रहे थे, लेकिन ऐसी शांति वाला माहौल नहीं था। लोग सब डर के माहौल में जी रहे थे। आपको तो पता ही है, सब अंधेरा होने से पहले अपने घर आ जाते थे। ट्रेनें कम हो गई थी, बसों की नाइट शिफ्टिंग खत्म हो गई थी, ऐसा तो था ही। तो जब ये 35 साल भी कभी इस घटना का जब जिक्र करते हो अपने बच्चों से या किसी और से, तो रूह कांप जाती है। बिल्कुल, मतलब आप सोच भी नहीं सकते कि भी ऐसा हो रहा था क्या यार। कुछ जलियांवाला बाग थोड़ी है, जिसको देखा मार रहे हो, जिसको देखा मार रहे हो यार, कमाल है यार। ये जो कांड था, सोइयां वाला ट्रेन हादसा था, हाँ। जैसे आप बता रहे हो, जलियांवाले बाग जैसा ही कांड था। तो उसमें फर्क क्या है? वहां पे भी तो ऐसे ही मार रहे थे। वहां बस फर्क ये था, अंग्रेजों ने मारे बस थे। वो अंग्रेजों में क्या, वो हमारे ही लोग थे मारने वाले। अंग्रेज थोड़ी थे चलाने वाले। चलो आदेश दायर ने दिया, लेकिन थे तो हमारे हिंदू लोग। आप शॉर्ट में ये कहना चाहते हैं कि वो जलियांवाले बाग जैसा ही कांड था। बिल्कुल, जो सोइयां ट्रेन। बिल्कुल बिल्कुल। और आप अपने आप को भाग्यशाली समझते हो कि मैं तो खुद हैरान था भैया, मैं तो खुद हैरान था कि मैं बच कैसे गया। सब कुछ तो इस ट्रेन हादसे में कुछ सबक क्या मिलता है? सबक कुछ नहीं, इंसानियत को खत्म कर रहा था, और तो कुछ नहीं था। अच्छा, और तो इंसान कुछ नहीं इंसानियत को ही खत्म कर कर रहा रहा था, था। आप ये कहना और तो क्या है, और तो कुछ भी नहीं था। कोई मैसेज दर्शकों को? इतने साल हमारा बेसिकली मकसद ये नहीं है जख्मों को कुरेदना, हमारा मकसद सिर्फ एक है, इतिहास के पन्नों को याद रखना। और परमात्मा हमेशा पंजाब को खुशहाल, देश को समृद्ध बना कर रखे। बहुत तंगी देख चुके हैं हम लोग जी, बहुत बर्बाद कर चुके हैं पंजाब को। तो अब मेरे हिसाब से ऐसा नहीं होना चाहिए, और भविष्य में भी नहीं होना चाहिए कि भी जिससे हम लोग ये सोच सकें कि यार कहाँ पे हम रहने जाएं। क्योंकि पंजाब जैसा स्टेट शायद पूरे इंडिया में कहीं नहीं मिलेगी, खुशहाल स्टेट है। जब उस दौर में अगर 90 की दशक की बात करें तो पंजाब जैसा देश राज्य है, तब भी कोई नहीं था। बिल्कुल बिल्कुल, क्या बात। अच्छा, उस आतंकवाद के दौर में भी पंजाब जैसा कोई भी नहीं। हाँ, किस तरीके से बता सकते हैं जी? मतलब ऐसा है कि भी लोग नखेदी तो करते थे टेररिस्टों की, लेकिन फिर भी प्रेम भाव तो था। प्रेम भाव पंजाब में कभी खत्म नहीं होगा, यहाँ पे आज तक। आप देखो ना, आजकल भी आप देख लो कितने लंगर लगते हैं, सिख लोग कितना मतलब ख्याल रखते हैं। अभी दिल्ली में जंतर मंतर पे देखो, सिखों ने कितनी मतलब आप भाईचारे की बात कर रहे हो कि पंजाब में जो भाईचारा है, हिंदू सिख का भाईचारा है, वो आज भी बरकरार है। उसकी मिसाल देश में भी मिलती है। बिल्कुल। और पंजाबी, दूसरा स्टेट का बंदा अगर 100 होगा ना, पंजाबी 3 भी चले जाएंगे ना, तो ये नहीं है कि फिर उन्होंने पिठ दिखा देनी है। ना ना ना, बस वो उस बदकिस्मती है उस दौर की। बस कि जो जिस भटक गए थे लोग। अच्छा, जवान भटक गए थे, जवान भटक गए थे। उनको पता ही नहीं लग रहा था कि हम कर क्या रहे हैं। वो भटके हुए लोग थे। आप बिल्कुल, जैसे किसी का माइंड वॉश हो जाता है। माइंड वॉश करवाने वाले कौन से लोग थे? इसके बारे में अब आपा तो क्या कह सकते हैं। पाकिस्तान भी उसमें उन दिनों काफी सक्रिय हुआ, इन्वॉल्वमेंट तो होती है, ISI की बिल्कुल होती है, जो है पंजाब में काफी बिल्कुल पकड़ थी। हाँ हाँ, तो भटकाना आप उस लिहाजे से बोल। हाँ बिल्कुल। तो जैसा कहा जाता है, जाको रखे साइयां मार्स के ना कोई, मिसाल उनके ऊपर पूरी तरह से फिट बैठती है। हम उनका धन्यवाद करते हैं कि उन्होंने अपने इस जो बड़े ही दुखद पल को हमारे साथ शेयर किया, हमारे साथ साझा किया। हम धन्यवाद करते हैं उनका कि उन्होंने हमारे को एक अपना कीमती वक्त दिया। धन्यवाद सर। ठीक है।